वाहिगुरू जी का खालसा वाहिगुरू जी की फतेह। अज साडे बहुत ही सत्कारयोग सरदार कश्मीर सिंह जी की अंतिम अरदास ते असीं इत्थे इकत्तर होए हैं। ये बहुत ही अगाह वधू परिवार गुरु के नाल जुड़िया हुआ परिवार है। समाजिक तौर पर राजनीतिक तौर पर बहुत सूझवानता ये परिवार ने रखी है। सरदार कश्मीर सिंह जी जिन्हों का बहुत पुराना वाह इस हल्के क्योंकि मेन रोड के नाले नाल होने करके हमेशा ही इन्होंने श्रोमणी अकाली दल की बीबी जगीर कौर जी इन्हों बहुत सांझ रखी है। इस परिवार से सरदार जसप्रीत सिंह साडा वीर जिन्हें पूरे वर्ल्ड में इस परिवार का नाम किया है। वेट लिफ्टिंग जे आप देखिए इस परिवार को मेरा वीर गोपी जोड़े डाले तो हुण साडे पिंड रिहायश रखी है। बहुत मेरे वीर सूझवान ते समाजिक तौर पर भी समाज की सेवा करने भी इस परिवार ने हमेशा अगाह वध के जोड़ा लोगों की सेवा की है। मैं परमात्मा के यही अरदास करदा अज असीं गुरु साहब के चरणों में यही अरदास कर पहुंचे भी सरदार कश्मीर सिंह अपने चरणों वास्ते पिछले परिवार को माड़ा क्योंकि अजे समा नहीं से उन्होंने जान का परिवार को जोड़ा बहुत बड़ा घाटा पिया वो अं समझते हैं। समाजिक तौर पर राजनीतिक तौर पर भी सानू बहुत बड़ा जोड़ा घाटा पिया है। पर परमात्मा के यही अरदास है भी जो परिवार है उस कमी को पूरी कर सके। परमात्मा इन्होंने बल देवे तो इस तरह ही समाज की सेवा कर सके तो देशों विदेशों में साडा वीर जोड़ा इहदा नाम रोशन करे इस परिवार। वाहिगुरू जी का खालसा वाहिगुरू। एक बहुत ही ईमानदार ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰ ਕਸ਼ਮੀਰ ਸਿੰਘ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਜਿਨ੍ਹਾਂ ਵਿੱਚ ਸਰਦਾਰਨੀ ਮਹਿੰਦਰ ਕੌਰ, ਗਗਨਜੀਤ ਸਿੰਘ, ਦਲੀਪ ਸਿੰਘ, ਹਰਭਜਨ ਸਿੰਘ, ਜਸਪ੍ਰੀਤ ਸਿੰਘ, ਹਰਪ੍ਰੀਤ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਸੁਭਾਨਪੁਰ ਰੋਡ ਨਡਾਲਾ ਕਪੂਰਥਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਕਸ਼ਮੀਰ ਸਿੰਘ ਜੀ ਬਹੁਤ ਹੀ ਉੱਚੀ ਸੋਚ ਵਾਲੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ। ਆਪ ਜੀ ਹਮੇਸ਼ਾ ਹੀ ਹਰ ਕੰਮ ਨੂੰ ਦਿਲ ਨਾਲ ਕਰਿਆ ਕਰਦੇ ਸਨ ਅਤੇ ਆਪ ਜੀ ਬਹੁਤ ਹੀ ਈਮਾਨਦਾਰ ਇਨਸਾਨ ਸਨ। ਆਪ ਜੀ ਬਹੁਤ ਹੀ ਸਾਊ ਸੁਭਾਅ ਵਾਲੇ ਇਨਸਾਨ ਸਨ। ਆਪ ਜੀ ਦਾ ਵਿਆਹ ਸਰਦਾਰਨੀ ਮਹਿੰਦਰ ਕੌਰ ਹੋਣਾ ਨਾਲ ਹੋਇਆ। ਆਪ ਜੀ ਦੇ ਘਰ ਇੱਕ ਸੁਪੁੱਤਰ ਗਗਨਜੀਤ ਸਿੰਘ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਆਪ ਜੀ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਸਮਾਜ ਵਿੱਚ ਨਾਮਣਾ ਖੱਟ ਰਹੇ ਹਨ ਅਤੇ ਆਪ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਆਪ ਜੀ ਬਹੁਤ ਹੀ ਨੇਕ ਬਿਰਤੀ ਵਾਲੇ ਤੇ ਆਪਣੇ ਭਰਾਵਾਂ ਨਾਲ ਗੂੜਾ ਪਿਆਰ ਕਰਨ ਵਾਲੇ ਇਨਸਾਨ ਸਨ। ਆਪ ਜੀ ਨੇ ਆਪਣੇ ਭਤੀਜਿਆਂ ਨੂੰ ਵੀ ਪੁੱਤਰਾਂ ਵਾਂਗਰ ਹੀ ਪਾਲਿਆ। ਆਪ ਜੀ ਦੀ ਪ੍ਰੇਰਨਾ ਸਦਕਾ ਹੀ ਆਪ ਜੀ ਦੇ ਭਤੀਜੇ ਜਸਪ੍ਰੀਤ ਸਿੰਘ ਉੱਗੇ ਵੇਟ ਲਿਫਟਰ ਅਤੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਸਟੇਟ ਜਨਰਲ ਸਕੱਤਰ ਹਨ। ਆਪ ਜੀ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਹਲਕਾ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ ਪਹੁੰਚੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕਿਸ ਤਰ੍ਹਾਂ ਦਾ ਜੀਵਨ ਚਾਹੀਦਾ, ਫਿਰ ਨਾਲ ਪਤਾ ਵੀ ਕਰਨਾ ਹੈ ਕਿਉਂਕਿ ਅੱਜ ਕੱਲ ਨਾ ਜੇ ਕਿਸੇ ਨੂੰ ਕਹੀਏ ਵੀ ਫਲਾਣਾ ਕੰਮ ਕਰ ਤਾਂ ਹਰੇਕ ਪਹਿਲਾਂ ਸਵਾਲ ਕਰਦਾ ਵੀ ਮੈਨੂੰ ਫਾਇਦਾ ਕੀ ਹੋਊਗਾ। ਉਹ ਵੀ ਵਿਚਾਰ ਆਪਾਂ ਕਰਨੀ ਹੈ। ਜਿਹੜਾ ਇਤਿਹਾਸ ਹੈ ਨਾ ਗੁਰਮੁਖੋ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜੋ। ਗੁਰਬਾਣੀ ਨੂੰ ਸਮਝਣ ਵਾਸਤੇ ਇਤਿਹਾਸ ਵੀ ਪੜ੍ਹਨਾ ਪੈਂਦਾ। ਉਹ ਵੀ ਆਪਾਂ ਵਿਚਾਰ ਕਰਾਂਗੇ ਕਿਸ ਤਰ੍ਹਾਂ ਸਾਡਾ ਭਲਾ ਹੋਣਾ, ਕਿਸ ਤਰ੍ਹਾਂ ਦੀ ਜ਼ਿੰਦਗੀ ਚਾਹੀਦੀ ਹੈ। ਧੰਨ ਧੰਨ ਬਾਬਾ ਫਰੀਦ ਜੀ ਮਹਾਰਾਜ ਆਸਾ ਰਾਗ ਦੇ ਵਿੱਚ ਉਹਨਾਂ ਦਾ ਬਚਨ ਹੁੰਦਾ ਹੈ ਆਪਣੇ ਵਾਸਤੇ ਵੀ ਇਹ ਸੰਸਾਰੀ ਇਨਸਾਨ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਚੁੱਪ ਕਰਕੇ ਵੀ ਨਹੀਂ ਸਰਨਾ, ਬੋਲਣਾ ਪੈਣਾ, ਸੁਣਨਾ ਵੀ ਪੈਣਾ, ਕੰਮ ਵੀ ਕਰਨੇ ਪੈਣਗੇ, ਬਾਲ ਬੱਚੇ ਵੀ ਪਾਲਣੇ ਪੈਣਗੇ, ਗ੍ਰਸਤੀ ਹੈ। ਪਰ ਸਭ ਕਰਮ ਕਰਦਿਆਂ ਹੋਇਆ ਕਿਸ ਤਰ੍ਹਾਂ ਬੋਲ, ਕਿਸ ਤਰ੍ਹਾਂ ਸੁਣ, ਕਿਸ ਤਰ੍ਹਾਂ ਕੰਮ ਕਰ, ਇਹ ਗੁਰੂਆਂ ਨੇ ਸਾਨੂੰ ਦੱਸਿਆ ਬਾਣੀ 'ਚ। ਉਹਦੇ ਮੁਤਾਬਕ ਚੱਲੇਗਾ ਤੂੰ ਇਨਸਾਨ ਹੁੰਦਾ ਹੋਇਆ ਭਗਵਾਨ ਦਾ ਰੂਪ ਹੋ ਸਕਦਾ। ਉਹ ਕੀ ਸਮਝਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 488 ਅੰਗ ਦੇ ਉੱਤੇ ਸ਼ਬਦ ਦਰਜ ਹੈ। ਤੁਸੀਂ ਵੀ ਭਾਈ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ, ਨਮਸਕਾਰ ਵੀ ਕਰੋ, ਮਾਇਆ ਚੜਾਓ, ਰੁਮਾਲਾ ਸਾਹਿਬ ਦੇਗ ਅਰਦਾਸ ਜੋ ਵੀ ਸ਼ਰਧਾ ਕਰੋ।
ਪਰ ਜਿਸ ਗੁਰੂ ਦੇ ਨਮਸਕਾਰ ਕਰਦਾ, ਸੇਵਾ ਕਰਦਾ, ਉਹਦੀ ਗੋਦ 'ਚ ਬਹਿ ਕੇ ਕਦੇ ਆਪ ਵੀ ਪੜ੍ਹ ਕੇ ਵੇਖ ਸਤਿਗੁਰੂ ਕਹਿੰਦੇ ਕੀ ਨੇ। ਕਿਉਂਕਿ ਠਾਕੁਰ ਹਮਰਾ ਸਤਿਗੁਰ ਲੰਘਦਾ। ਆਪਣੇ ਗੁਰੂ ਜੀ ਤਾਂ ਰੋਜ਼ ਗੱਲਾਂ ਕਰਦੇ ਆ ਆਪਣੇ ਨਾਲ। ਹਿੰਮਤ ਕਰੋ, ਆਓ ਧੰਨ ਧੰਨ ਬਾਬਾ ਫਰੀਦ ਜੀ ਮਹਾਰਾਜ ਉਹ ਸਾਨੂੰ ਕੁਝ ਬਚਨ ਕਰਦੇ ਨੇ। ਬਾਣੀ ਦੀ ਵਿਚਾਰ ਨਾਲ ਜੁੜੀਏ। ਬੋਲੇ ਸੇਖ ਫਰੀਦ ਪਿਆਰੇ ਅੱਲ੍ਹ ਲੱਗੇ। ਧੰਨ ਧੰਨ ਬਾਬਾ ਫਰੀਦ ਜੀ ਇਸਲਾਮ ਮਤ ਵਿੱਚ ਪੈਦਾ ਹੋਏ, ਪਰ ਇੰਨੀ ਸਚਾਈ ਸੀ ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਵੀ ਬੁੱਕਲ ਚ ਲਿਆ। ਆਖੋ ਸਤਨਾਮ ਵਾਹਿਗੁਰੂ। ਕਿਉਂਕਿ ਇੱਥੇ ਜਾਤ ਪਾਤ, ਗੋਰਾ ਕਾਲਾ, ਗੋਤ ਧਰਮ ਤਾਂ ਵੇਖਿਆ ਹੀ ਨਹੀਂ ਨਾ ਜਾਂਦਾ। ਇੱਥੇ ਤਾਂ ਜੋ ਵੀ ਸੱਚ ਦੇ ਰਾਹ ਤੇ ਤੁਰਦਾ ਹੈ ਮਹਾਰਾਜ ਉਹਨੂੰ ਨੇੜੇ ਲਾਉਂਦੇ ਆ। ਬਾਬਾ ਫਰੀਦ ਜੀ ਕਹਿੰਦੇ ਬੋਲਾ ਸੇਖ ਫਰੀਦ ਪਿਆਰੇ ਅੱਲ੍ਹ ਲੱਗੇ। ਕਹਿੰਦੇ ਜੇ ਬੋਲਦਾ ਹੈ ਇਹੋ ਜਿਹੇ ਬੋਲ ਬੋਲਿਆ ਕਰ ਜਿਹੜਾ ਤੂੰ ਅੱਲਾ ਨੂੰ ਵੀ ਪਿਆਰਾ ਲੱਗੇ। ਤੇ ਕਈ ਵਾਰੀ ਆਪਾਂ ਹੁਣ ਆਪਣੇ ਵੱਲ ਦੇਖ ਲਓ, ਇਹੋ ਜਿਹਾ ਬੋਲ ਬੋਲ ਬੈਠੇ ਆ, ਅੱਲਾ ਨੂੰ ਤਾਂ ਕੀ ਪਿਆਰਾ ਲੱਗਣਾ, ਪਰਿਵਾਰ ਨੂੰ ਵੀ ਚੰਗੇ ਨਹੀਂ ਲੱਗਦੇ ਗੁਰੂ। ਉਹੇ ਜਿਹੇ ਬੋਲਾਂ ਤੋਂ ਸੰਕੋਚ ਕਰੋ। ਇਹ ਜ਼ੁਬਾਨ ਹੀ ਹੈ ਸਾਡੀ। ਸਿਆਣੇ ਕਹਿੰਦੇ ਇਹਦੇ 'ਚ ਹੱਡੀ ਨਹੀਂ। ਹੱਡੀ ਭਾਵੇਂ ਨਹੀਂ ਹੈਗੀ ਪਰ ਜੇ ਗਲਤ ਬੋਲਣ ਲੱਗ ਜੇ ਹੱਡੀਆਂ ਤੁੜਾ ਜ਼ਰੂਰ ਦਿੰਦੀ ਹੈ ਗੁਰਮੁਖੋ। ਜ਼ੁਬਾਨ ਨੂੰ ਨਾ ਕਈ ਕੰਮ ਦਿੱਤੇ ਆ। ਕੰਨ ਤਾਂ ਇਕੱਲਾ ਸੁਣ ਸਕਦੇ ਆ, ਸੁੰਘ ਨਹੀਂ ਨਾ ਸਕਦੇ ਕੰਨ। ਅੱਖਾਂ ਦੇਖ ਸਕਦੀਆਂ, ਅੱਖਾਂ ਸੁਣ ਨਹੀਂ ਸਕਦੀਆਂ। ਹਾਂ ਇਸ਼ਾਰਾ ਜ਼ਰੂਰ ਸਮਝ ਲੈਂਦੀਆਂ। ਨੱਕ ਇਕੱਲਾ ਸੁੰਘ ਸਕਦਾ ਹੈ, ਰੰਗ ਰੂਪ ਨਹੀਂ ਦੱਸ ਸਕਦਾ, ਉਹ ਅੱਖਾਂ ਹੀ ਦੱਸ ਸਕਦੀਆਂ ਗੋਰਾ ਕਾਲਾ ਪੀਲਾ। ਪਰ ਜਿਹੜੀ ਜ਼ੁਬਾਨ ਹੈ ਗੁਰਮੁਖੋ ਇਹਦੇ ਬਹੁਤ ਕੰਮ ਹੈ। ਨਾਮ ਜਪਣ ਲੱਗ ਜੇ ਸੱਚਖੰਡ ਲੈ ਜੂਗੀ, ਤੇ ਜੇ ਜ਼ੁਬਾਨ ਨਿੰਦਿਆ ਕਰਨ ਲੱਗ ਜੇ ਨਰਕਾਂ ਨੂੰ ਲੈ ਜੂਗੀ ਗੁਰਮੁਖੋ। ਮਿੱਠੇ ਬਚਨ ਬੋਲੇ ਦੁਸ਼ਮਣ ਵੀ ਮਿੱਤਰ ਬਣਾ ਲੈਂਦੀ ਹੈ, ਕੌੜੇ ਬਚਨ ਬੋਲੇ ਆਪਦਿਆਂ ਨੂੰ ਵੀ ਤੋੜ ਲੈਂਦੀ ਹੈ। ਮਿੱਠਾ ਫਿੱਕਾ ਵੀ ਦੱਸਦੀ ਹੈ। ਬਹੁਤ ਕੰਮ ਇਹਨੂੰ ਗੁਣ ਮਹਾਰਾਜ ਨੇ ਬਹੁਤ ਦਿੱਤੇ ਹੈ। ਜੀਭਾ ਤੇ ਦਿਲ ਨਰਮੀ ਰੱਖਣਾ। ਬਾਬਾ ਫਰੀਦ ਜੀ ਕਹਿੰਦੇ ਐਸੇ ਬੋਲ ਬੋਲਿਆ ਕਰ ਸੰਸਾਰ ਨੂੰ ਵੀ ਚੰਗਾ ਲੱਗੇ ਤੇ ਅੱਲਾ ਨੂੰ ਵੀ ਚੰਗਾ ਲੱਗੇ। ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ। ਇਹ ਜਿਹੜਾ ਤੇਰਾ ਤਨ ਹੈ ਨਾ, ਸਰੀਰ ਹੈ, ਇਹ ਕਹਿੰਦੇ ਇੱਕ ਦਿਨ ਖਾਕ ਹੋ ਜਾਣਾ, ਮਿੱਟੀ ਦੀ ਢੇਰੀ ਹੋ ਜਾਣਾ। ਤੇ ਪਹੁੰਚਣਾ ਕਿੱਥੇ ਹੈ? ਨਿਮਾਣੀ ਗੌਰ ਕਰੇ, ਸ਼ਮਸ਼ਾਨ ਘਾਟ ਸਿਵਿਆਂ ਦੇ ਵਿੱਚ। ਉੱਥੇ ਲਿਜਾ ਕੇ ਸੰਸਕਾਰ ਕੀਤਾ ਜਾਂਦਾ ਹੈ। ਉਹ ਆਵਾਜ਼ਾਂ ਮਾਰਦੀ ਹੈ ਗੌਰ, ਮੜੀ ਕਹਿ ਲੋ, ਸਿਵੇ ਕਹਿ ਲੋ, ਵੀ ਬੰਦਿਆ ਤੁਰਿਆ ਫਿਰ ਜਿੱਥੇ ਮਰਜੀ, ਇੱਕ ਦਿਨ ਆਉਣਾ ਤਾਂ ਇੱਥੇ ਹੀ ਹੈ। ਆਖੋ ਸਤਨਾਮ ਵਾਹਿਗੁਰੂ। ਤੇ ਗੁਰੂ ਸਾਹਿਬਾਨਾਂ ਨੇ ਤਾਂ ਇਹ ਕਿਹਾ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਸਭਨ ਕੀ ਰੇਣਕਾ ਤਉ ਆਓ ਹਮਾਰੇ ਪਾਸ। ਸਤਿਗੁਰ ਕਹਿੰਦੇ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਭਾਈ। ਠੀਕ ਹੈ ਅਸੀਂ ਸੰਸਾਰੀ ਵਸਤਾਂ ਵਿੱਚ ਲੱਗੇ ਹੋਏ ਆ, ਅਸੀਂ ਕਿਹੜਾ ਘਾਟਾਂ ਗੁਰਮੁਖੀ ਆ ਜੀ, ਤਾਂ ਹੀ ਤੁਰੇ ਫਿਰਦੇ ਆਪਾਂ। ਚਲੋ ਕਿਰਤਾ ਆਪੋ ਆਪਣੀ ਕਰੋ ਜ਼ਰੂਰ, ਪਰ ਸਤਿਗੁਰ ਕਹਿੰਦੇ ਸੱਚ ਹੋਣਾ ਚਾਹੀਦਾ ਜੀਵਨ ਵਿੱਚ। ਯਾਦ ਰੱਖਿਆ ਕਰ ਇਹ ਸਰੀਰਕ ਸੁੱਖ ਵੀ ਚਾਹੀਦੇ ਹੈ, ਪਰ ਇਸ ਸਰੀਰ ਨੇ ਸਦਾ ਨਹੀਂ ਰਹਿਣਾ ਗੁਰਮੁਖਾ। ਕਮਾਈ ਵੀ ਕਰ, ਨਾਲ ਦਾਨ ਪੁੰਨ ਵੀ ਕਰ। ਦਾਨ ਪੁੰਨ ਤਾਂ ਹੋਊ ਜੇ ਭਜਨ ਕਰਦਾ। ਜਿਹੜਾ ਰੱਬ ਨੂੰ ਮੰਨਦਾ ਉਹੀ ਸੋਚੂ ਵੀ ਸਾਰੇ ਜੀਵ ਰੱਬ ਦੇ ਪੈਦਾ ਕੀਤੇ ਆ, ਜੇ ਮੇਰੇ ਕੋਲ ਸੁੱਖ ਨੇ ਹੋਰਾਂ ਨੂੰ ਵੀ ਦਈਏ। ਜਿਹੜਾ ਬੰਦਾ ਰੱਬ ਨੂੰ ਮੰਨਦਾ ਹੀ ਨਹੀਂ, ਉਹ ਕਹੂਗਾ ਦੂਜਿਆਂ ਦੀ ਛੱਡ, ਆਪਣਾ ਹੀ ਆਨੰਦ ਮਾਣ। ਆਹ ਜੱਗ ਮਿੱਠਾ, ਅਗਲਾ ਕਿਹਨੇ ਮਿੱਠਾ, ਬੜੇ ਕਹਿੰਦੇ। ਪਰ ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਰੀਰ ਖਾਕ ਹੋ ਜਾਣਾ। ਸਿਵੇ ਸ਼ਮਸ਼ਾਨ ਘਾਟ ਮੜੀਆਂ ਤੈਨੂੰ ਉਡੀਕ ਰਹੀਆਂ ਹਨ। ਆਜ ਮਿਲਾਵਾ ਸੇਖ ਫਰੀਦ ਤਾਕਿਮ ਕੁੰਜੜੀਆ ਮਨ ਹੋ ਮਚਿੰਦੜੀਆ। ਬਾਬਾ ਫਰੀਦ ਜੀ ਕਹਿੰਦੇ ਤੇਰਾ ਅੱਜ ਵੀ
ਉਸ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਆਜ ਮਿਲਾਵਾ, ਅੱਜ ਹੀ ਮਿਲਾਪ ਹੋ, ਪਰ ਕਿਵੇਂ ਹੋਊਗਾ? ਫਰੀਦ ਸਾਹਿਬ ਕਹਿੰਦੇ ਨੇ ਟਾਕਮ ਕੁੰਜੜੀਆਂ, ਜਿਹੜੀਆਂ ਤੇਰੇ ਮਨ ਦੀਆਂ ਇਸ਼ਾਵਾਂ ਰੂਪੀ ਕੂੰਜਾਂ ਨੇ ਨਾ, ਇਹ ਭੱਜੀਆਂ ਫਿਰਦੀਆਂ। ਬੈਠੇ ਇੱਥੇ ਆ, ਖਿਆਲ ਪਤਾ ਨਹੀਂ ਕਿੱਥੋਂ ਦਾ ਕਿੱਥੇ ਪਹੁੰਚ, ਜਿਵੇਂ ਕੂੰਜਾਂ ਬੜੀ ਲੰਬੀ ਉੱਡੇ ਉੱਡ ਆਵੈ ਸੈ ਕੋਸਾਂ ਲਿਖਿਆ ਨਾ, 100 ਕੋਹਾਂ ਉੱਡੇ ਹੋਣਗੇ। ਇਸੇ ਤਰ੍ਹਾਂ ਜਿਹੜੀਆਂ ਸਾਡੇ ਮਨ ਦੀਆਂ ਇਸ਼ਾਵਾਂ ਰੂਪੀ ਕੂੰਜਾਂ ਨੇ, ਬਾਬਾ ਫਰੀਦ ਜੀ ਕਹਿੰਦੇ ਇਹਨਾਂ ਨੂੰ ਕੰਟਰੋਲ ਕਰ ਲਾ, ਜਿਹੜੀਆਂ ਤੈਨੂੰ ਦਿਨ ਰਾਤ ਮਚਾ ਰਹੀਆਂ, ਮਨੋਂ ਮਚਿੰਦੜੀਆਂ, ਤੰਗ ਕਰਦੀਆਂ। ਇਹਨਾਂ ਨੂੰ ਕਾਬੂ ਕਰ ਲੈ ਭਾਈ, ਧਰਮ ਦੇ ਰਸਤੇ ਤੁਰ ਪਾ, ਤੇਰਾ ਅੱਜ ਵੀ ਮਿਲਾਪ ਹੋ ਜੂ। ਰਹਾਓ ਤੋਂ ਬਾਅਦ ਅੱਗੇ ਫੇਰ ਸਮਝਾਉਂਦੇ ਹਨ, ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ। ਕਹਿੰਦੇ ਜੇ ਤੂੰ ਇਹ ਗੱਲ ਜਾਣ ਲੈ ਜਾਂ ਜਾਣਦਾ ਹੈ ਵੀ ਮੈਂ ਮਰ ਜਾਣਾ, ਮੁੜ ਕੇ ਇੱਥੇ ਨਹੀਂ ਆਉਣਾ, ਮੈਂ ਮੁੜ ਕੇ ਨਹੀਂ ਆਉਣਾ, ਮਰ ਜਾਣਾ, ਜੇ ਗੱਲ ਤੈਨੂੰ ਸਮਝ ਹੈ, ਝੂਠੀ ਦੁਨੀਆ ਲੱਗ ਨਾ ਆਪ ਵਜਾਈਏ। ਕਹਿੰਦੇ ਜੇ ਤੈਨੂੰ ਪਤਾ ਹੈ ਵੀ ਇੱਕ ਦਿਨ ਮੈਂ ਮਰ ਜਾਣਾ ਹੈ, ਫਿਰ ਆ ਝੂਠੀ ਦੁਨੀਆ ਮੰਗਰ ਲੱਗ ਕੇ, ਝੂਠੇ ਲੋਕਾਂ ਮੰਗਰ ਲੱਗ ਕੇ ਆਪਣੇ ਆਪ ਦਾ ਜੀਵਨ ਕਿਉਂ ਬਰਬਾਦ ਕਰਦਾ ਭਾਈ? ਕਿਉਂ ਭੁੱਲਿਆ ਫਿਰਦਾ ਵੀ ਕਿਸ ਕਾਰਜ ਲਈ ਆਇਆ ਹੈ ਤੇ ਕਰਦਾ ਕੀ ਫਿਰਦਾ ਹੈ? ਦੇਖੋ ਕਹਿ ਤਾਂ ਨਾ ਮਹਾਰਾਜ ਨੂੰ, ਇਕੱਲਾ ਕਹਿ ਕੇ ਨਹੀਂ ਸਾਰਿਆ, ਗਲਤ ਨੂੰ ਗਲਤ ਤਾਂ ਹਰੇਕ ਕਹਿ ਦੂਗਾ। ਆਨੰਦ ਤਾਂ ਹੈ ਉਹਨੂੰ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ, ਹਰੇਕ ਦਾ ਫਰਜ਼ ਬਣਦਾ। ਹਾਂ ਜੇ ਕੋਈ ਮੰਨਦਾ ਹੀ ਨਹੀਂ ਤਾਂ ਫਿਰ ਗੁਰਮੁਖ ਪਿਆਰਿਓ, ਗੁਰੂ ਸਾਹਿਬਾਨਾਂ ਨੂੰ ਵੀ ਤਲਵਾਰ ਚੱਕਣੀ ਪਈ। ਹਾਲਾਂਕਿ ਮਾਰਨਾ ਨਹੀਂ ਸੀ ਚਾਹੁੰਦੇ, ਪਰ ਜ਼ਾਲਮ ਜਦੋਂ ਹਟੇ ਹੀ ਨਾ, ਫਿਰ ਮਜਬੂਰੀ ਬਣ ਗਈ ਗੁਰਮੁਖੋ। ਇਸੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਤੈਨੂੰ ਪਤਾ ਮੈਂ ਮਰ ਜਾਣਾ, ਮੁੜ ਕੇ ਨਹੀਂ ਆਉਣਾ, ਫਿਰ ਗਲਤ ਕਰਮਾਂ ਵਿੱਚ ਝੂਠੇ ਲੋਕਾਂ ਮਗਰ ਲੱਗ ਕੇ ਕਿਉਂ ਆਪਣਾ ਜੀਵਨ ਬਰਬਾਦ ਕਰਦਾ ਹੈ? ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਕਹਿੰਦੇ ਜਦੋਂ ਬੋਲੇ ਸੱਚੀ ਗੱਲ ਬੋਲਿਆ, ਬੋਲੀਏ ਸੱਚ ਧਰਮ, ਧਰਮ ਦੀ ਗੱਲ ਬੋਲ, ਸੱਚ ਬੋਲ, ਝੂਠ ਨਾ ਬੋਲਿਆ ਕਰ, ਝੂਠ ਦਾ ਪੱਲਾ ਛੱਡ ਦੇ। ਜੋ ਗੁਰ ਦੱਸੈ ਬਾਟ ਮੁਰੀਦਾ ਝੋਲੀਐ। ਚਾਹੀਦਾ ਇਹ ਹੈ ਜੋ ਗੁਰੂ ਜੀ ਨੇ ਰਸਤਾ ਦੱਸਿਆ, ਬਾਟ ਪੰਥ ਕਹਿ ਲੋ, ਮਾਰਗ ਕਹਿ ਲੋ, ਮੁਰੀਦ ਹੁੰਦਾ ਨਾ ਜਿਹੜਾ ਸੇਵਕ, ਉਹਨੂੰ ਤਾਂ ਚਾਹੀਦਾ ਹੈ ਆਪਣੇ ਗੁਰੂ ਦੇ ਕਹੇ ਮੁਤਾਬਕ ਚੱਲੇ ਗੁਰਮੁਖ। ਤੇ ਸੇਵਕ ਹੁਣ ਕੋਈ ਕੋਈ ਰਹਿ ਗਿਆ, ਗੁਰੂਆਂ ਦੇ ਬਚਨ ਘੱਟ ਮੰਨਦੇ ਆ, ਬਸ ਸਲਾਮ ਜਵਾਬ ਦੋਵੇ ਕਰੇ, ਉਹ ਗੱਲ ਹੈ। ਸਵਾਲ ਜਵਾਬ ਹੀ ਹੁੰਦੇ ਆ, ਮੁਰੀਦ ਨਹੀਂ ਰਹੇ ਗੁਰਮੁਖ, ਸੇਵਕ ਨਹੀਂ ਰਹੇ। ਆਨੰਦ ਉਦੋਂ ਹੀ ਬਣੂਗਾ ਜਿੱਦੇ ਆਪਾਂ ਸਾਰੇ, ਤੁਸੀਂ ਵੀ ਅਸੀਂ ਵੀ, ਆਪਣੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਕਮਾਉਣ ਲੱਗ ਗਏ। ਛੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਆਹ ਗੱਲ ਹੈ ਸੰਸਾਰੀ, ਸਮਝਣੀ ਵੀ ਔਖੀ ਹੈ, ਪਰ ਮੈਂ ਕੋਸ਼ਿਸ਼ ਕਰਦਾ ਤੁਸੀਂ ਸਮਝ ਲਿਓ। ਸੌਖਾ ਸਮਝੋਗੇ ਜਿਵੇਂ ਹੁਣ ਕੰਮ ਚੱਲਦਾ। ਗੁਰੂ ਮੁੰਡੇ ਆ ਚਾਹੇ ਕੁੜੀਆਂ, ਮਾਪੇ ਤਾਂ ਪੜਾਉਣਗੇ ਵੀ ਇਹ ਯੋਗ ਬਣ ਜਾਣ, ਇਹਨਾਂ ਦਾ ਵਿਆਹ ਸ਼ਾਦੀ ਕਰਾਂਗੇ। ਪਰ ਕਈ ਵਾਰੀ ਜਵਾਨੀ ਜਦੋਂ ਹੁਲਾਰਾ ਮਾਰਦੀ ਹੈ ਨਾ, ਗ੍ਰਿਸ਼ਤੀ ਬੈਠੇ ਹੋ ਰੋਜ਼ ਹੁੰਦੀਆਂ, ਮੁੰਡੇ ਕੁੜੀਆਂ ਮਾਪਿਆਂ ਦੀ ਤਾਂ ਇੱਜ਼ਤ ਰੋਲ ਕੇ ਘਰੋਂ ਭੱਜ ਭੱਜ ਹੀ ਵਿਆਹ ਕਰਾ ਜਾਂਦੇ ਆ। ਚਾਅ ਅਧੂਰੇ। ਇਹ ਹੁਣ ਨਹੀਂ ਹੁੰਦਾ, ਪਹਿਲਾਂ ਵੀ ਹੁੰਦਾ ਸੀ। ਸੀਤਾ ਸੁਅੰਬਰ ਹੋਇਆ, ਦ੍ਰੋਪਦੀ ਦਾ ਸੁਅੰਬਰ ਹੋਇਆ, ਉਹਨਾਂ ਦੀ ਇਹੀ ਸ਼ਰਤ ਸੀ ਵੀ ਜਿਹੜਾ ਸਾਨੂੰ ਪਸੰਦ ਆਊ ਸਾਡੀ ਸ਼ਰਤ ਤੇ ਪੂਰਾ ਉਤਰੂ ਵਿਆਹ ਕਰਵਾ ਲਿਆ। ਤੇ ਜੀਵਨ ਪੜ੍ਹ ਕੇ ਵੇਖ ਲਿਓ, ਜ਼ਿਆਦਾਤਰ ਤਾਂ ਰੋਣੇ ਧੋਣੇ 'ਚ ਜ਼ਿੰਦਗੀ ਲੱਗੀ। ਸੀਤਾ ਜੀ ਦਾ ਜੀਵਨ ਪੜ੍ਹ ਲਓ, ਦ੍ਰੋਪਦੀ ਦਾ ਪੜ੍ਹ ਲਓ, ਰੋਣਾ ਧੋਣਾ ਹੀ ਸੀ ਸਾਰੇ ਜੀਵਨ ਵਿੱਚ। ਪਹਿਲਾਂ ਵੀ ਹੁੰਦਾ ਸੀ, ਸਵੈਮ ਵਰ ਚੁਣਨਾ, ਸੁਅੰਬਰ ਤੋਂ ਭਾਵ ਸੀ ਆਪਣੀ ਮਰਜ਼ੀ ਨਾਲ ਲੜਕਾ ਪਸੰਦ ਕਰਕੇ ਵਿਆਹ ਕਰਾਉਣਾ। ਤਾਂ ਰਿਸ਼ੀ ਮੁਨੀ ਮੂਹਰੇ ਆਏ ਸੀ ਵੀ ਕੰਮ ਹੋਣ ਲੱਗੇ ਗਲਤ। ਗੁਰੂ ਅਮਰਦਾਸ ਕਹਿੰਦੇ ਧੀ ਹੈ ਪੁੱਤ ਹੈ, ਉਹਦਾ ਰਿਸ਼ਤਾ ਆਪ ਦੇਖ ਕੇ ਕਰੋ ਭਾਈ। ਤਾਂ ਹੀ ਬੀਬੀ ਭਾਨੀ ਦਾ ਰਿਸ਼ਤਾ ਆਪ ਕੀਤਾ ਸੀ ਗੁਰੂ ਅਮਰਦਾਸ ਨੇ। ਉਦੋਂ ਪਹਿਲਾਂ ਗਲਤ ਕਰਮ ਹੋਣ ਲੱਗੇ ਸੀ ਗੁਰੂ, ਤੇ ਹੁਣ ਵੀ ਹੁੰਦੇ ਆ। ਤੇ ਨਤੀਜਾ ਕੀ ਹੈ? ਬਾਬਾ ਫਰੀਦ ਜੀ ਕਹਿੰਦੇ ਛੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ।
ਸੋਹਣੇ ਸੁਨੱਖੇ ਰੰਗ ਰੂਪ ਦੇਖ ਕੇ ਕਈ ਵਾਰੀ ਬੱਚੇ ਗਲਤ ਕਰਮ ਚੱਕ ਲੈਂਦੇ ਹਨ। ਕੰਚਨ ਵੰਨੇ ਪਾਸੇ ਕਲਵਤ ਚੀਰਿਆ। ਉਹਨਾਂ ਦਾ ਹਾਲ ਕੀ ਹੁੰਦਾ ਜਦੋਂ ਕੋਈ ਗਲਤ ਕਰਮ ਕਰਦਾ ਹੈ ਨਾ, ਅਕਸਰ ਨਤੀਜੇ ਗਲਤ। ਬਾਬਾ ਫਰੀਦ ਜੀ ਤਾਂ ਕਹਿੰਦੇ ਇਹ ਜੇ ਲੋਕ ਆਰੇ ਨਾਲ ਦਰਗਾਹ 'ਚ ਵੀ ਚੀਰੇ ਜਾਂਦੇ ਆ, ਇੱਥੇ ਵੀ ਕੁੱਟਮਾਰ ਬੇਇੱਜ਼ਤੀ ਤੋਂ ਬਿਨਾਂ ਕੱਖ ਪੱਲੇ ਨਹੀਂ ਪੈਂਦਾ। ਹਟੋ ਇਹਨਾਂ ਕਰਮਾਂ ਤੋਂ, ਸੋਚਿਆ ਕਰੋ ਬਾਬਾ ਫਰੀਦ ਜੀ ਜੋ ਗੱਲ ਕਹਿ ਰਹੇ ਹਨ। ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ। ਸੇਖ ਹਯਾਤੀ, ਇਹਦਾ ਭਾਵ ਬਾਬਾ ਸੇਖ ਫਰੀਦ ਜੀ ਕਹਿੰਦੇ ਨੇ, ਕਹਿੰਦੇ ਜਗ ਨਾ ਕੋਈ ਥਿਰ ਰਹਿਆ। ਇਸ ਸੰਸਾਰ ਵਿੱਚ ਦੇਖ ਲੈ ਕੋਈ ਵੀ ਸਦਾ ਨਹੀਂ ਰਹਿ ਸਕਿਆ। ਹੁੰਦਾ ਕੀ ਆ ਉਹ ਅੱਗੇ ਦੱਸਦੇ ਹਨ। ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਧੰਨ ਬਾਬਾ ਫਰੀਦ ਜੀ ਕਹਿੰਦੇ ਜਿੱਥੇ ਅੱਜ ਤੂੰ ਐ ਨਾ ਪਿਆਰਿਆ, ਇੱਥੇ ਕਈ ਬਹਿ ਬਹਿ ਤੁਰ ਗਏ। ਬੜੀ ਦੁਨੀਆ ਆਈ, ਕਈਆਂ ਤੇ ਜਵਾਨੀ ਆਈ, ਕਈਆਂ ਤੇ ਬੁਢੇਪਾ ਆਇਆ, ਪਰ ਯਾਦ ਰੱਖਿਆ ਕਰ ਬਾਲ ਜਵਾਨੀ ਅਰ ਬਿਰਧ ਫੁਨ तीन अवस्था जान। कहो नानक हर भजन बिन बिरथा सब ही मान। बड़िया दियां जवानियां लंघियां, संसारक खुशियां मनाउंदियां, कमाइयां करदियां, अज कोई याद नहीं करता गुरु। कुछ वो भी ने शहीद भाई तारू सिंह जी वर्गे, शहीद सुबेग सिंह, शाहबाज सिंह वर्गे, ਜਾਂ ਬਾਬਾ ਫਰੀਦ ਜੀ ਤੇ ਹੀ ਲਾ ਲਓ। 36 ਸਾਲ ਭਰ ਜਵਾਨੀ ਦੀ ਉਮਰ ਹੁੰਦੀ ਹੈ, 22 ਤੋਂ 35 ਸਾਲ ਤੱਕ ਜਵਾਨੀ ਪਹਿਰੇ ਹੀ ਮੰਨਿਆ ਜਾਂਦਾ ਹੈ। ਤੇ ਗੁਰਮੁਖ ਪਿਆਰਿਓ, ਭਗਤੀ ਕੀਤੀ ਰੱਬ ਦੀ, ਅੱਜ ਦੁਨੀਆ ਨਮਸਕਾਰਾਂ ਕਰਦੀ ਹੈ। ਤੇ ਹੋਰ ਵੀ ਬਥੇਰਿਆਂ ਦੀ ਉਮਰ ਲੰਘ ਗਈ, ਆਪੋ ਆਪਣੇ ਮਨਾਂ 'ਚ ਝਾਤੀ ਮਾਰ ਲਿਓ, ਆਪਾਂ ਵੀ ਕੀ ਕੀਤਾ। ਜਿਨ੍ਹਾਂ ਨੇ ਤਾਂ ਕੋਈ ਭਲੇ ਕਰਮ ਕੀਤੇ, ਨੇਕ ਕਮਾਈ ਕਰਕੇ ਸੰਸਾਰ ਦਾ ਭਲਾ ਕੀਤਾ, ਉਹਨਾਂ ਦੀ ਤਾਂ ਕਦਰ ਹੈ। ਤੇ ਨਹੀਂ ਤਾਂ ਫਿਰ ਦੇਖੀ ਜਾਂਦੇ ਹੋ ਦੁਨੀਆ ਦਾ ਹਾਲ। ਗੁਰਮੁਖ ਪਿਆਰੇ, ਯਾਦ ਰੱਖਣਾ ਨਾਮ ਸਿਮਰਨ ਜ਼ਰੂਰੀ ਹੈ। ਬਾਬਾ ਫਰੀਦ ਜੀ ਕਹਿੰਦੇ ਜਿਸ ਜਗ੍ਹਾ ਤੇ, ਜਿਸ ਅਹੁਦੇ ਤੇ, ਜਿਸ ਉਮਰ ਵਿੱਚ ਅੱਜ ਤੂੰ ਹੈ ਪਿਆਰਿਆ, ਇੱਥੇ ਬੜੇ ਬਹਿ ਬਹਿ ਤੁਰ ਗਏ। ਇਨਸਾਨੀ ਜਾਮੇ ਦੀ ਵੀ ਗੱਲ ਕਰੀਏ, ਬੜੀ ਦੁਨੀਆ ਆਈ, ਬੜੀ ਖਤਮ ਹੋਈ ਹੈ। ਜਿਸ ਆਸਣ ਹਮ ਬੈਠੇ केते बैस गया। किन्नी दुनिया बह के चली गई है। कतक कुंजा चेत डो सावन बिजलियां। कतक दे महीने विच कुंजा बहुत देखण नूं मिलदियां। चेत दे विच अग बहुत तेज हुंदी है। खेतां 'च भी कहने अग नूं बचा के रखो ते तेज हो जांदी है। ते साउण दे महीने विच बदलां दी बिजली बहुत देखण नूं मिलदी है। सियाले सोहंदिया फिर गल बाहुड़िया। सियाल दी रुत हुंदी है, ठंड दी। उदों गुरमुख प्यारिओ पति वरता इस्त्री, पति वरता पति चाहुंदे ने असीं इकट्ठे रहीए। इसे तरह बाबा फरीद जी कहते दुनिया का उम्र समा लंघदा जा रहा है। चले चलन हार विचारा ले मनो। कहते करो जो हुंदा संसार विच रहो, पर यह भी याद रखियो चले चलन हार विचारा ले मनो। एक दिन वो भी समा आना, मौत ने आके पता नहीं कदों डंका बजा देना। उन्हें नाम वेखना, इन्हां दे घरे विआह है, कई जाने बरातां देखिया ना एक्सीडेंट हो जाते हैं। गुरु मौत ने ना देखना भी मुंडा जम्मे दी, तो परिवार नूं खुशी है, नहीं पता जमदा ही मर जे। गुरु उन्हें नहीं देखना, बारे बूढ़े तरने भैया सब हूँ जम लै जाई है। उन्हें नहीं कुछ वेखना, मन दियां विचारां मन च ही रह जानियां। चले चलन हार विचारा ले मनो, गढेंदियां छे माह। सुनियो पंक्ति, गंढेंदिया छे माह तुड़ंदिया हिक किनो। शरीर दे नाल जदों श्वास जुड़े ते 6 महीने लगे। मां दे गर्भ विच 6वें महीने जाके श्वास चलदे आ शरीर विच साडे। कहंदे शरीर नाल श्वास जुड़दियां नूं तां लागे 6 महीने, ते जिद्दे टुटने एक खिन भी नहीं लगना। जिमी
ਪੁੱਛੈ ਅਸਮਾਨ ਫਰੀਦਾ ਖੇਵਟ ਕਿਨ ਗਏ। ਧੰਨ ਬਾਬਾ ਫਰੀਦ ਜੀ ਕਹਿੰਦੇ ਨੇ ਜਿਵੇਂ ਪੁੱਛੈ ਅਸਮਾਨ, ਕਹਿੰਦੇ ਇਹ ਧਰਤੀ ਅਸਮਾਨ ਨੂੰ ਪੁੱਛਦੀ ਹੈ। ਇੱਥੇ ਬੜੇ ਬੜੇ ਆਏ, ਖੇਵਟ ਤੋਂ ਭਾਵ ਹੈ ਮਲਾਹ ਗੁਰੂ, ਜਿਹੜੇ ਐ ਕਹਿੰਦੇ ਸੀ ਨਾ ਵੀ ਘਰ ਆ ਸੰਸਾਰ ਮੇਰਾ ਚਲਾਏ ਚੱਲਦਾ, ਜਿਵੇਂ ਬੇੜਾ ਚਲਾਉਣ ਵਾਲਾ ਮਲਾਹ ਉਹਦੇ ਹੱਥ ਹੁੰਦਾ ਨਾ ਸਭ ਕੁਝ। ਕਹਿੰਦੇ ਬੜੇ ਇੱਥੇ ਖੇਵਟ ਆਏ ਸੀ, ਮਲਾਹ ਆਏ ਸੀ, ਪਰ ਗਏ ਕਿੱਥੇ? ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਫੇਰ ਆਵਾਜ਼ ਆਈ, ਕਹਿੰਦੇ ਬੜੇ ਆਏ, ਮੇਰੀ ਮੇਰੀ ਕਰਨ ਵਾਲੇ ਵੀ ਆਏ। ਕਿਸੇ ਨੂੰ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਸੰਸਕਾਰ ਕਰ ਦਿੱਤਾ ਗਿਆ, ਕਿਸੇ ਨੂੰ ਕਬਰ ਪੱਟ ਕੇ ਧਰਤੀ ਵਿੱਚ ਦੱਬ ਦਿੱਤਾ ਗਿਆ। ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਮਾੜੇ ਕਰਮ ਕਰਨ ਵਾਲਿਆਂ ਨੂੰ ਜਿਹੜੇ ਉਲਾਂਭੇ ਮਿਲਨੇ ਸੀ ਨਾ, ਉਹ ਤਾਂ ਉਹਨਾਂ ਦੀ ਆਤਮਾ ਨੂੰ ਸਹਿਣੇ ਪਏ। ਆਖੋ ਸਤਨਾਮ ਵਾਹਿਗੁਰੂ। ਉਲਾਂਭੇ ਜੀ ਸਹੇ। ਉਲਾਂਭੇ ਮਿਲਦੇ ਕਿਉਂ ਹੈ ਭਲਾ? ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਈਏ। ਮਹਾਰਾਜ ਕਹਿੰਦੇ ਨੇ ਜਿਹੜੇ ਭਜਨ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਮਾੜੇ ਕਰਮਾਂ ਵਿੱਚ ਹੀ ਲੱਗੇ ਰਹਿੰਦੇ ਆ, ਉਹਨਾਂ ਨੂੰ ਉਲਾਂਭੇ ਮਿਲਦੇ ਆ। 100 ਉਲਾਂਭੇ ਦਿਨ ਹੈ ਕਿ ਰਾਤੀ ਮਿਲਨ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਹੰਸਾਂ ਦਾ ਕੰਮ ਹੁੰਦਾ ਹੈ ਮਨ ਸਰੋਵਰ ਤੇ ਜਾ ਕੇ ਹੀਰੇ ਮੋਤੀ ਚੁਗਣਾ, ਤੇ ਜੇ ਹੰਸ ਗੁਰਮੁਖ ਪਿਆਰਿਓ ਹੱਡਾ ਰੋੜੀ 'ਚ ਬੈਠਾ ਮਰੇ ਪਸ਼ੂਆਂ ਦੇ ਕਰੰਗ ਚੁੰਡੀ ਜਾਂਦਾ ਹੈ, ਫਿਰ ਉਹਨੂੰ ਕੌਣ ਚੰਗਾ ਕਹੂ? ਤੇ ਮਾਫ ਕਰਿਓ, ਜ਼ਿਆਦਾਤਰ ਹੁਣ ਆਪਣਾ ਹਾਲ ਵੀ ਇਹੀ ਹੈ, ਕਰੰਗੀ ਚੁੰਡਦੇ ਫਿਰਦੇ ਆ। ਗੁਰੂ ਨਾਮ ਸੇਵਾ ਸਿਮਰਨ ਸੰਸਾਰ ਦਾ ਭਲਾ ਤਾਂ ਕੋਈ ਕਰਦਾ ਹੈ। ਤਾਂ ਹੀ ਸਤਿਗੁਰ ਕਹਿੰਦੇ ਨੇ ਦਿਨ ਰਾਤ ਦੇ ਉਲਾਮੇ 100 ਮਿਲਦੇ ਨੇ। ਦਿਨ ਰਾਤ ਦੇ ਉਲਾਮੇ 100 ਮਿਲਦੇ ਨੇ। ਭਗਤੀ ਤੋਂ ਹੀ ਨਿਆਮਨਾ। ਦਿਨ ਰਾਤ ਦੇ ਉਲਾਮੇ 100 ਮਿਲਦੇ ਨੇ। ਭਗਤੀ ਤੋਂ ਹੀ Hey
ਤਾਂ ਗੁਰਮੁਖ ਪਿਆਰਿਓ ਭਾਈ ਪਾਰੋ ਨੂੰ ਮਾਣ ਮਿਲ ਗਿਆ। ਮੈਨੂੰ ਹੁਕਮ ਹੋਇਆ ਸਮਾਪਤੀ ਦਾ, ਕਿਉਂਕਿ MLA ਸਾਹਿਬ ਸਾਡੇ ਵਿੱਚ ਆਏ ਹੋਏ ਨੇ, ਸੁਖਪਾਲ ਸਿੰਘ ਜੀ, ਉਹਨਾਂ ਨੇ ਵੀ ਕਹਿੰਦੇ ਜਾਣਾ ਹੈ ਤੇ ਮੈਂ ਇਤਿਹਾਸ 5-7 ਮਿੰਟਾਂ ਦੇ ਵਿੱਚ ਇਹ ਕਥਾ ਪੂਰੀ ਕਰਕੇ ਸਮਾਪਤੀ ਕਰਾਂਗਾ। ਬਾਕੀ ਜੇ ਕੋਈ ਰਹਿਆ ਤਾਂ ਮੈਨੂੰ ਦੱਸ ਦੇਣਾ, ਨਹੀਂ ਮੈਂ 5-7 ਮਿੰਟਾਂ 'ਚ ਸਮਾਪਤੀ ਕਰ ਦੇਣੀ ਹੈ, ਖਿਮਾ ਚਾਹੁੰਦਾ, ਕਿਉਂਕਿ ਇਹਨਾਂ ਦੇ ਵੀ ਰੁਝੇਵੇਂ ਹੁੰਦੇ ਆ। ਅਸੀਂ ਤਾਂ ਪਰਿਵਾਰ ਦਾ ਹੁਕਮ ਮੰਨਣਾ। ਭਾਈ ਗੁਰੂ ਅਮਰਦਾਸ ਮਹਾਰਾਜ ਭਾਈ ਪਾਰੋ ਤੇ ਇੰਨੇ ਖੁਸ਼ ਹੋਏ, ਕਹਿੰਦੇ ਹੁਣ ਝਾੜੂ ਫੇਰਨਾ ਸੰਗਤ ਦੇ ਭਾਂਡੇ ਮਾਂਜਣੇ ਛੱਡ ਦੇ, ਸੰਗਤ ਨੂੰ ਉਪਦੇਸ਼ ਕਰਿਆ। ਮਹਾਰਾਜ ਨੇ ਇਹਨੂੰ ਮਾਣ ਤਾਣ ਬਖਸ਼ਿਆ, ਮੰਜੀ ਬਖਸ਼ੀ, ਜਦੋਂ ਪ੍ਰਚਾਰਕ ਬਣਾਇਆ। ਰੋਜ਼ ਗੁਰਮੁਖ ਪਿਆਰਿਓ ਇੱਥੋਂ ਡੱਲੇ ਤੋਂ ਗੋਇੰਦਵਾਲ ਸਾਹਿਬ ਜਾਣਾ। ਤੇ ਪਤਾ ਇੱਕ ਦਿਨ ਕੀ ਹੋਇਆ, ਘੋੜੇ ਤੇ ਚੜ ਕੇ ਜਾ ਰਹੇ ਸੀ ਤੇ ਸਤਲੁਜ ਵਿੱਚ ਹੜ੍ਹ ਆਇਆ ਹੋਇਆ, ਬਹੁਤ ਜ਼ਿਆਦਾ ਪਾਣੀ। ਤੇ ਜਲੰਧਰ ਦਾ ਸੂਬੇਦਾਰ ਗੁਰਮੁਖ ਪਿਆਰਿਓ ਹਾਕਮ ਅਬਦੁੱਲਾ ਹਾਕਮ ਸੀ ਨਾ, ਜਿਹੜਾ ਜਲੰਧਰ ਦਾ ਸੂਬੇਦਾਰ, ਉਹਨੇ ਵੀ ਕਿਤੇ ਦਰਿਆ ਪਾਰ ਕਰਨਾ ਸੀ, ਫੌਜਾਂ ਲੈ ਕੇ ਬੈਠਾ ਸੀ, ਪਰ ਪਾਣੀ ਸੀ ਜ਼ਿਆਦੇ, ਲੰਘ ਨਾ ਸਕਿਆ ਗੁਰਮੁਖ। ਉਹ ਜੇ ਉਡੀਕ ਕਰਦੇ ਸੀ ਵੀ ਜਦੋਂ ਪਾਣੀ ਹੇਠਾਂ ਉਤਰੂ ਮੈਂ ਫੇਰ ਅੱਗੇ ਜਾਵਾਂਗਾ। ਪਰ ਭਾਈ ਪਾਰੋ ਦਰਿਆ ਦੇ ਕਿਨਾਰੇ ਗਏ, ਗੁਰੂ ਅਮਰਦਾਸ ਮਹਾਰਾਜ ਦਾ ਨਾਮ ਲੈ ਕੇ ਨਾ ਸਣ ਘੋੜੇ ਪਾਣੀ ਵਿੱਚ ਦੀ ਐ ਲੰਘੇ ਜਿਵੇਂ ਸੁੱਕੇ ਥਾਂ ਵਿੱਚ ਦੀ ਜਾਈਦਾ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ ਗੁਰਮੁਖ। ਬਚਨ ਪੜ੍ਹਦੇ ਪੜ੍ਹਦੇ ਬਾਣੀ ਦਾ ਵਾਹਿਗੁਰੂ ਵਾਹਿਗੁਰੂ ਕਹਿੰਦੇ ਅੱਗੇ ਲੰਘੇ। ਅਬਦੁਲ ਸਮੁੱਦ ਖਾਂ ਬੜਾ ਹੈਰਾਨ, ਕਹਿੰਦਾ ਗੁਰੂ ਕਾ ਸਿੱਖ ਡਰਿਆ ਹੀ ਨਹੀਂ, ਹੜ ਵਿੱਚੋਂ ਦੀ ਲੰਘਿਆ। ਜਲੰਧਰ ਵਾਲਾ ਅਬਦੁੱਲਾ ਫੌਜਾਂ ਸਮੇਤ ਬੈਠਾ ਰਿਹਾ, ਦਿਨੇ ਸੇਵਾ ਕਰਕੇ ਭਾਈ ਪਾਰੋ ਸ਼ਾਮ ਨੂੰ ਫੇਰ ਵਾਪਸ ਉੱਦੀ ਮੁੜ ਆਏ ਗੁਰੂ, ਉਵੇਂ ਵਿੱਚ ਦੀ ਲੰਘੇ। ਜਦੋਂ ਉਰਲੇ ਪਾਸੇ ਪਾਰ ਟੱਪਿਆ ਏ, ਫਿਰ ਉਸ ਜਲੰਧਰ ਵਾਲਾ ਸੂਬੇਦਾਰ ਰਹਿ ਨਾ ਸਕਿਆ, ਕਹਿੰਦਾ ਸਿੱਖਾਂ ਇਹ ਦੱਸ ਤੇਰੀ ਸ਼ਕਤੀ ਕਿੱਥੋਂ ਆਈ ਹੈ, ਤੂੰ ਹੜ ਵਿੱਚ ਦੀ ਏਦਾਂ ਹੀ ਲੰਘ ਗਿਆ, ਤੈਨੂੰ ਜਲ ਨੇ ਡੋਬਿਆ ਹੀ ਨਹੀਂ। ਭਾਈ ਪਾਰੋ ਜੀ ਕਹਿੰਦੇ ਤਾਕਤ ਮੇਰੀ ਨਹੀਂ, ਇਹ ਤਾਂ ਮੇਰੇ ਗੁਰੂ ਦੀ ਕਲਾ ਹੈ, ਉਹਦੀ ਸ਼ਕਤੀ ਹੈ, ਉਹਦਾ ਨਾਮ ਲੈ ਕੇ ਲੰਘ ਗਿਆ, ਮੈਨੂੰ ਤਾਂ ਡਰ ਹੀ ਨਹੀਂ ਲੱਗਿਆ। ਅਬਦੁਲ ਸਮੁੱਦ ਖਾਂ ਫਿਰ ਫੌਜਾਂ ਸਮੇਤ ਭਾਈ ਪਾਰੋ ਜੀ ਦੇ ਨਾਲ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਗੋਇੰਦਵਾਲ ਸਾਹਿਬ ਗਿਆ। ਸਿਦਕ ਭਰੋਸਾ ਸੀ। ਗੁਰਦੁਆਰੇ ਭਾਵੇਂ ਕੱਚੇ ਹੁੰਦੇ ਸੀ, ਸਿੱਖ ਪੱਕੇ ਸੀ ਗੁਰੂ ਸਿਦਕ ਦੇ। ਤੇ ਉਹ ਅਬਦੁੱਲਾ ਹਾਕਮ ਜਲੰਧਰ ਦਾ ਸੂਬੇਦਾਰ ਦਰਸ਼ਨ ਕਰਨ ਗਿਆ। ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰ ਦੀ ਮਹਿਮਾ ਦੇਖੀ, ਵਿਚਾਰ ਸੁਣੇ, ਬਸ ਗੁਰੂ ਦਾ ਹੀ ਬਣ ਕੇ ਰਹਿ ਗਿਆ। ਬਾਅਦ ਵਿੱਚ ਇਹਦਾ ਨਾਂ ਅੱਲਾ ਯਾਰ ਖਾਂ ਪਿਆ। ਇੰਨੀ ਸ਼ਰਧਾ ਬਣ ਗਈ, ਛੱਡ ਕੇ ਨਾ ਫਿਰ ਸਾਰਾ ਕੁਝ ਸੰਸਾਰੀ ਜਿਹੜਾ ਜ਼ੋਰ ਦਿਖਾਉਂਦਾ ਸੀ ਆਪਣਾ, ਗੁਰੂ ਦਾ ਸੇਵਕ ਬਣ ਗਿਆ। ਗੁਰੂ ਅਮਰਦਾਸ ਜੀ ਨੇ ਵੀ ਇੰਨਾ ਪਿਆਰ ਕੀਤਾ, ਉਹਨੂੰ ਮੰਜੀ ਬਖਸ਼ੀ। ਗੁਰੂ ਜਿਹੜੀਆਂ ਮੰਜੀਆਂ ਗੁਰੂ ਅਮਰਦਾਸ ਜੀ ਨੇ ਬਖਸ਼ੀਆਂ ਸੀ ਨਾ, ਅੱਲਾ ਯਾਰ ਖਾਂ ਲੋਕ ਉਹਨੂੰ ਕਹਿੰਦੇ ਸੀ, ਕਿਉਂਕਿ ਅੱਲਾ ਦਾ ਯਾਰ ਬਣ ਗਿਆ, ਉਹਨੂੰ ਮੰਜੀ ਬਖਸ਼ੀ ਮਹਾਰਾਜ ਨੇ। ਐਸਾ ਸੇਵਕ ਬਣਿਆ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਭਾਈ ਪਾਰੋ ਜੀ ਨੂੰ ਮਾਣ ਦੇ ਕੇ ਕਹਿੰਦੇ, ਪਾਰੋ ਪਰਮਹੰਸ ਹੈ ਸਾਡਾ। ਪਰਮਹੰਸ ਦੀ ਉਪਾਧੀ ਗੁਰਸਿੱਖਾਂ ਚੋਂ ਭਾਈ ਪਾਰੋ ਜੀ ਨੂੰ ਮਿਲੀ, ਜਿਵੇਂ ਬ੍ਰਹਮ ਗਿਆਨੀ ਦੀ ਪਦਵੀ ਬਾਬਾ ਬੁੱਢਾ ਜੀ ਨੂੰ ਮਿਲੀ, ਪਰ ਉਪਕਾਰ ਦੀ ਪਦਵੀ ਭਾਈ ਲੱਧਾ ਜੀ ਨੂੰ ਮਿਲੀ ਲਾਹੌਰ ਵਾਲਿਆਂ ਨੂੰ। ਏਦਾਂ ਪਰਮਹੰਸ ਦੀ ਪਦਵੀ ਭਾਈ ਪਾਰੋ ਨੂੰ ਮਿਲੀ। ਗੁਰਮੁਖ ਪਿਆਰਿਓ, ਭਾਈ ਪਾਰੋ ਨੇ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਕੀਤੀ। ਹੁਣ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਬਸ ਸਮਝ ਲਿਓ, ਜਦੋਂ ਅੰਤ ਸਮਾਂ ਸੀ, ਅੰਤਮ ਸਮੇਂ ਤੱਕ ਗੁਰੂ ਘਰ ਦਾ ਦੂਰ ਦੂਰ ਤੱਕ ਪ੍ਰਚਾਰ ਕੀਤਾ। ਆਪ ਵੀ ਜੁੜਿਆ ਸੀ ਤੇ ਹੋਰਨਾਂ ਨੂੰ ਵੀ ਜੋੜਦਾ ਰਿਹਾ। ਜਦੋਂ ਆਇਆ ਅੰਤਮ ਸਮਾਂ ਗੁਰਮੁਖ ਪਿਆਰਿਓ, ਉਦੋਂ ਆਪਣਾ ਘਰ-ਬਾਰ, ਜ਼ਮੀਨ ਜਾਇਦਾਦ, ਪੈਸਾ ਟਕਾ ਜੋ ਵੀ ਸੀ ਨਾ, ਕੁਛ ਗਰੀਬਾਂ 'ਚ ਵੰਡਤਾ, ਕੁਛ ਗੁਰੂ ਕੇ ਲੇਖੇ ਲਾਤਾ। ਤੇ ਜਿਹੜੇ ਘੋੜੇ ਤੇ ਚੜ ਕੇ ਗੋਇੰਦਵਾਲ ਸਾਹਿਬ ਜਾਂਦੇ ਹੁੰਦੇ, ਮਰਨ ਤੋਂ ਪਹਿਲਾਂ ਅੰਤਮ ਇੱਛਾ ਇਹ ਦੱਸੀ ਸੀ, ਕਹਿੰਦਾ ਇਹ ਮੇਰਾ ਘੋੜਾ ਵੀ ਗੁਰੂ ਅਮਰਦਾਸ ਜੀ ਨੂੰ ਭੇਟਾ ਕਰ ਦਿਓ। ਆਖੋ ਸਤਨਾਮ ਵਾਹਿਗੁਰੂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਮੋਹਰੀ ਜੀ ਨੂੰ ਫਿਰ ਅੰਤਮ ਕਿਰਿਆ ਕਰਨ ਵਾਸਤੇ ਭੇਜਿਆ ਸੀ। ਆਪ ਗੁਰਮੁਖ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਿਵੇਂ ਹੁਣ ਆਪਾਂ ਆਏ ਹਾਂ, ਗਏ ਨੂੰ ਤਾਂ ਮੋੜਿਆ ਨਹੀਂ ਜਾ ਸਕਦਾ, ਪਰ ਜਿਹੜੀ ਕੋਈ ਪਰਿਵਾਰ ਦੀ ਬਣੀ ਹੁੰਦੀ ਹੈ, ਭੈਣ ਭਾਈ ਰਿਸ਼ਤੇਦਾਰ ਆਉਂਦੇ ਆ, ਗੁਰਮੁਖ ਇਹ ਵਿਚਾਰੇ ਹੀ ਸਾਂਝੀਆਂ ਰਲ ਕੇ ਅਰਦਾਸ ਕੀਤੀ ਜਾਂਦੀ ਹੈ। ਏਦਾਂ ਭਾਈ ਪਾਰੋ ਜੀ ਦੀ ਅੰਤਮ ਰਸਮ ਕਰਨ ਵਾਸਤੇ ਸਾਰੀ
ਗੁਰੂ ਅਮਰਦਾਸ ਜੀ ਨੇ ਆਪਣੇ ਸੁਪੁੱਤਰ ਮੋਰੀ ਨੂੰ ਭੇਜਿਆ ਸੀ। ਭਾਈ ਗੁਰਦਾਸ ਜੀ ਨੂੰ ਵੀ ਲਿਖਣਾ ਪਿਆ ਪਾਰੋ ਜੁਲਕਾ ਪਰਮਹੰਸ। ਪਰਮਹੰਸ ਦਾ ਅਹੁਦਾ ਮਿਲਿਆ। ਸਭ ਕੁਝ ਗੁਰੂ ਘਰ ਦੇ ਲੇਖੇ ਲਾਤਾ। ਬਾਅਦ ਵਿੱਚ ਗੁਰੂ ਅਮਰਦਾਸ ਕਹਿੰਦੇ ਭਾਈ ਪਾਰੋ ਰਹਿੰਦੀ ਦੁਨੀਆ ਤੱਕ ਤੇਰਾ ਗੁਰੂ ਘਰ ਦੇ ਨਾਲ ਨਾਤਾ ਜੁੜਿਆ ਰਹੂ। ਫਿਰ ਉਸੇ ਭਾਈ ਪਾਰੋ ਦੀ ਕੁਲ ਵਿੱਚੋਂ ਗੁਰਮੁਖ ਪਿਆਰਿਓ ਭਾਈ ਨਰੈਣ ਦਾਸ ਜੀ ਹੋਏ। ਨਰੈਣ ਦਾਸ ਦੇ ਘਰ ਵਾਲੀ ਸੀ ਮਾਤਾ ਭਾਗਪਰੀ। ਇਹਨਾਂ ਦੇ ਘਰ ਦੋ ਧੀਆਂ ਪੈਦਾ ਹੋਈਆਂ, ਇੱਕ ਸੀ ਬੀਬੀ ਰਾਮੋ, ਇੱਕ ਸੀ ਬੀਬੀ ਦਮੋਦਰੀ। ਤੇ ਬੀਬੀ ਦਮੋਦਰੀ ਜੀ ਨੂੰ ਮਾਤਾ ਦਮੋਦਰੀ ਕਿਹਾ ਜਾਂਦਾ ਹੈ। ਇਹ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਧਰਮ ਸੁਪਤਨੀ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇਹ ਡੱਲੇ ਪਿੰਡ ਜਾਂਦੇ ਹੋ ਤੁਸੀਂ, ਭਾਈ ਪਾਰੋ ਜੀ ਦੇ ਪਰਿਵਾਰ ਵਿੱਚੋਂ ਹੋਏ। ਤੇ ਜਿਹੜੀ ਬੀਬੀ ਰਾਮੋ ਸੀ ਇਹ ਸਾਡੇ ਇਲਾਕੇ, ਕਿਉਂਕਿ ਅਸੀਂ ਬਠਿੰਡੇ ਤੋਂ ਆਏ ਆ ਗੁਰਮੁਖ ਪਿਆਰੇ, ਡਰੌਲੀ ਭਾਈ ਕੀ ਉਧਰ ਸਾਡੇ ਮਾਲਵੇ ਵਿੱਚ ਪੈਂਦਾ ਹੈ। ਉੱਥੇ ਗੁਰੂ ਜੀ ਦਾ ਸਾਧੂ ਸੀ ਸਾਈਂ ਦਾਸ, ਜਿਹਨੂੰ ਬੀਬੀ ਰਾਮੋ ਵਿਆਹੀ ਸੀ। ਉਹਨੇ ਘਰ ਬਣਾਇਆ ਨਵਾਂ। ਕਹਿੰਦਾ ਉਹਨਾਂ ਚਿਰ ਮੈਂ ਚਰਨ ਨਹੀਂ ਪਾਉਂਦਾ ਜਿੰਨਾ ਚਿਰ ਗੁਰੂ ਹਰਗੋਬਿੰਦ ਸਾਹਿਬ ਨਹੀਂ ਆਉਂਦੇ। ਫਿਰ ਮਹਾਰਾਜ ਉੱਥੇ ਗਏ ਸੀ। 18 ਸਾਲ ਗੁਰੂ ਕਾ ਪਰਿਵਾਰ ਮਾਤਾ ਦਮੋਦਰੀ ਜੀ ਉੱਥੇ ਰਹੇ ਗੁਰਮੁਖ ਪਿਆਰੇ। 1613 ਦੇ ਵਿੱਚ ਉੱਥੇ ਡਰੌਲੀ ਭਾਈ ਕੀ ਵਿਖੇ ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਦੀਨ ਦਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਉਹਨਾਂ ਦਾ ਜਨਮ ਹੋਇਆ ਗੁਰਮੁਖ ਪਿਆਰੇ 1613 ਦੇ ਵਿੱਚ। ਉਦੋਂ ਬਾਅਦ ਬੀਬੀ ਵੀਰੋ ਜੀ 1615 ਈਸਵੀ ਦੇ ਵਿੱਚ, ਅਨੀ ਰਾਏ ਜੀ 1618 ਈਸਵੀ ਦੇ ਵਿੱਚ ਪੈਦਾ ਹੋਏ। ਉੱਥੇ ਹੀ ਫਿਰ ਮਾਤਾ ਦਮੋਦਰੀ ਜੀ ਉਹਨਾਂ ਨੇ ਸਰੀਰ ਛੱਡਿਆ ਸੀ ਗੁਰੂ। ਤੇ ਮਾਤਾ ਦਮੋਦਰੀ ਜੀ ਦਾ ਕਾਲ ਚਲਾਣਾ ਸੁਣ ਕੇ ਬੀਬੀ ਰਾਮੋ ਸਾਈਂ ਦਾਸ ਜੀ ਸਾਧੂ ਉਹ ਸਰੀਰ ਛੱਡ ਗਏ। ਤੇ ਜਦੋਂ ਇੱਥੇ ਡੱਲੇ ਤੋਂ ਪਰਿਵਾਰ ਨੂੰ ਮਿਲੀ ਖਬਰ ਵੀ ਇਦਾਂ ਕਰਕੇ ਆਹ ਗੱਲ ਹੋ ਗਈ, ਇਹ ਪਰਿਵਾਰ ਜਾ ਰਿਹਾ ਸੀ। ਜਦੋਂ ਗਏ ਭਾਈ ਕੀ ਡਰੌਲੀ ਦੇ ਨੇੜੇ 5 ਕਿਲੋਮੀਟਰ ਪਹਿਲਾਂ ਸੰਗਤ ਨੇ ਦੱਸਤਾ ਵੀ ਇਦਾਂ ਕਰਕੇ ਮਾਤਾ ਦਮੋਦਰੀ ਸਾਧੂ ਸਾਈਂ ਦਾਸ ਗੁਰੂ ਜੀ ਦਾ ਤੇ ਬੀਬੀ ਰਾਮੋ ਚਲਾਣਾ ਕਰ ਗਏ। ਉਹਨਾਂ ਦੀ ਖਬਰ ਸੁਣ ਕੇ ਮਾਤਾ ਜੀ ਦੇ ਮਾਤਾ ਪਿਤਾ ਭਾਗਪਰੀ ਤੇ ਨਰੈਣ ਦਾਸ ਵੀ ਚਲਾਣਾ ਕਰ ਗਏ। ਸਾਰਿਆਂ ਦਾ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਕੀਤਾ ਸੀ। ਸੋ ਇਹ ਗੁਰੂ ਕਾ ਇਤਿਹਾਸ ਹੈ ਭਾਈ। ਇਹ ਸੇਵਾ ਦਾ ਹੀ ਫਲ ਸੀ। ਲਓ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਆਪ ਜੀ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ। ਸਾਡੇ ਵੱਲੋਂ ਵਿਚਾਰ ਕਰਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਆਪ ਜੀ ਨੇ ਮਾਫ ਕਰਨਾ। ਸੋ ਅੱਜ ਦਾ ਜੋ ਆਪਣਾ ਪ੍ਰੋਗਰਾਮ ਹੈ ਆਉਣ ਦਾ ਸਰਦਾਰ ਕਸ਼ਮੀਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਆਏ ਆ। ਰਾਜਨੀਤਿਕ ਧਾਰਮਿਕ ਸ਼ਖਸੀਅਤਾਂ ਜਿੰਨੇ ਵੀ ਪਹੁੰਚੇ ਜੀ ਆਇਆਂ ਨੂੰ 58 ਸਾਲ ਦੀ ਉਮਰ ਕਸ਼ਮੀਰ ਸਿੰਘ ਜੀ ਨੇ ਭੋਗੀ ਹੈ। ਮਾਤਾ ਮਹਿੰਦਰ ਕੌਰ ਜੀ ਦੇ ਨਾਲ ਸ਼ਾਦੀ ਹੋਈ ਸੀ। ਸੋ ਹੁਣ ਆਪਣੇ ਪਿੱਛੇ ਬੇਟਾ ਗਗਨਜੀਤ ਸਿੰਘ ਔਰ ਬੇਟੀ ਸ਼ਰਨਜੀਤ ਕੌਰ ਇਹ ਪਰਿਵਾਰ ਨੂੰ ਛੱਡ ਗਏ ਨੇ। ਸਾਰੇ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਘਰ ਦੇ ਗੁਰਬਾਣੀ ਦੇ ਜਾਪ ਕਰਵਾਏ। ਸਾਡੀ ਬੇਟੀ ਨੂੰ ਕੁਲਵਿੰਦਰ ਕੌਰ, ਛੋਟਾ ਵੱਡਾ ਜਿੰਨਾ ਵੀ ਪਰਿਵਾਰ ਹੈ, ਮਾਲਕ ਇਹਨਾਂ ਦੀ ਕੀਤੀ ਸੇਵਾ ਲੇਖੇ ਲਾਵੇ। 4 ਮਹੀਨਿਆਂ ਤੋਂ ਬਿਮਾਰ ਸਨ, ਪਰਿਵਾਰ ਨੇ ਬਹੁਤ ਸੇਵਾ ਸੰਭਾਲ ਕੀਤੀ। ਧੰਨਵਾਦ ਹੈ। ਸੋ ਸਾਨੂੰ ਵੀ ਭਾਈ ਜਿਹੜਾ ਬੁਲਾਇਆ ਇਹ ਕਸ਼ਮੀਰ ਸਿੰਘ ਜੀ ਦੀ ਅੰਤਮ ਇੱਛਾ ਸੀ, ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਦੀਵਾਨ YouTube ਦੇ ਜ਼ਰੀਏ ਸੁਣਦੇ ਸੀ। ਉਹਨਾਂ ਨੇ ਮਰਨ ਤੋਂ ਪਹਿਲਾਂ ਕਿਹਾ ਸੀ ਵੀ ਬਾਬਾ ਜੀ ਨੂੰ ਬੁਲਾ ਕੇ ਸਾਡਾ ਕੀਰਤਨ ਕਰਵਾ ਦਿਓ। ਕੁਦਰਤੋਂ ਟਾਈਮ ਵੀ ਸੀਗਾ, ਮਿਲ ਗਿਆ ਸਮਾਂ। ਸੋ ਇਸ ਕਰਕੇ ਬਠਿੰਡੇ ਤੋਂ ਚੱਲ ਕੇ ਇੱਥੇ ਆਏ ਆ। ਕੋਈ ਭੁੱਲ ਹੋ ਗਈ ਹੋਵੇ ਤਾਂ ਮੈਂ ਆਪ ਜੀ ਤੋਂ ਮਾਫੀ ਮੰਗਦਾ। ਗੁਰੂ ਘਰ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਸਾਂਝੀ ਕੀਤੀ ਹੈ, ਆਪ ਜੀ ਨੇ ਪ੍ਰਵਾਨ ਕਰਨੀ। ਕੋਟਾਨ ਕੋਟ ਵਾਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹਨਾਂ ਦੀ ਸ਼ਰਨ ਵਿੱਚ ਬੈਠ ਕੇ ਆਪਾਂ ਗੁਰੂ ਮਹਾਰਾਜ ਦੇ ਬਚਨ ਸਾਂਝੇ ਕੀਤੇ। ਤਿੰਨ ਮਾਣਿਆਂ ਦੇ ਮਾਣ, ਨਕਾਣਿਆਂ ਦੇ ਦਾਨ, ਡਿਉਟਿਆਂ ਦੀ ਓਟ, ਨਗਤਿਆਂ ਦੇ ਗਾਤਨ, ਬੱਤਿਆਂ ਦੇ ਬਾਤਨ, ਆਸਰਿਆਂ ਦੇ ਆਸਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਨੇ ਖੁੱਲੇ ਪੰਡਾਲਾਂ ਵਿੱਚ ਸੰਗਤਾਂ ਨੂੰ ਆਪਣੇ ਤਖਤਾਂ ਦੇ ਬਿਰਾਜਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਮਹਾਵਾਕ ਹੈ, ਰਾਣਾ ਰਾਉ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦਾ। ਧੀਰ ਦੇ ਮਹਾਵਾਕਾਂ ਅਨੁਸਾਰ ਦਰ ਕਰਦੇ ਸੇਵਕ ਦਰ ਕਰਦੇ ਪ੍ਰੀਤਵਾਨ ਸਰਦਾਰ ਸਵਰਗਵਾਸੀ ਸਰਦਾਰ ਕਸ਼ਮੀਰ ਸਿੰਘ ਜੀ ਸੱਚੇ ਪਾਤਸ਼ਾਹ ਜੀ ਜਿਨੀ ਸਵਾਸਾਂ ਦੀ ਪੂੰਜੀ ਆਪ ਜੀ ਕੋ ਲੈ ਕਰਕੇ ਆਏ ਸਨ। ਸੱਚੇ ਬਸ ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ ਆਪਣੇ ਸਵਾਸਾਂ ਨੂੰ ਸੰਪੂਰਨ ਭੋਗਦਿਆਂ ਹੋਇਆਂ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਹਨ। ਸੱਚੇ ਪਾਤਸ਼ਾਹ ਜੀ
ਆਪ ਦੱਸੀ ਮਰਿਆਦਾ ਅਨੁਸਾਰ ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਿਆਂ ਕਰਦਿਆਂ ਪ੍ਰਥਮਾ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਦੇ ਧੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਦੇ ਮਹਾਨ ਜਗ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ। ਸੱਚੇ ਪਾਤਸ਼ਾਹ ਦੇ ਸਮਾਪਤੀਆਂ ਤੋਂ ਬਾਅਦ ਆਪ ਖੁੱਲੇ ਪੰਡਾਲਾਂ ਵਿੱਚ ਸੱਚੇ ਪਾਤਸ਼ਾਹ ਸੰਤਾਂ ਨੂੰ ਦਰਸ਼ਨ ਦਿੱਤੇ ਹਨ। ਸੱਚੇ ਪਾਤਸ਼ਾਹ ਦੇ ਉਸ ਵਿਸ਼ਰੀ ਉਦਰ ਨਿਵੇਤਾ ਹਾਰਸ ਕੀਰਤਨ ਕਥਾ ਵਿਚਾਰਾਂ ਹੋਈਆਂ ਹਨ। ਸੱਚੇ ਪਾਤਸ਼ਾਹ ਦੇ ਇਹਨਾਂ ਕਥਾ ਵਿਚਾਰਾਂ ਕਰਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਗੁਰਬਾਣੀ ਸਰਵਣ ਕਰਦਿਆਂ ਹੋਏ ਸੱਚੇ ਪਾਤਸ਼ਾਹ ਸੰਗਤਾਂ ਕੋਲੋਂ ਕਈ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਗਲਤੀਆਂ ਹੋ ਜਾਂਦੀਆਂ ਨੇ। ਕਲਯੁਗੀ ਜੀਵਾਂ ਖਿੰਨ ਖਿੰਨ ਭੁੱਲਣ ਹਾਰਾਂ ਬਖਸ਼ ਲੈਣਾ ਅਗਾਂਹ ਤੋਂ ਸਮਤ ਬਖਸ਼ਣੀ ਅਗਾਂਹ ਤੋਂ ਸੁਖ ਸੇਵਾ ਲੈਣੀ ਪੜੀ ਸੁਣੀ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੇ ਇਹਦਾ ਭਰਾ ਉਸ ਵਿਛੜੀ ਰੂਹ ਨੂੰ ਬਖਸ਼ਣਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਏਡੀਆਂ ਮੇਡੀਆਂ ਜੂਨਾਂ ਤੋਂ ਬਚਾਉਣਾ। ਸੱਚੇ ਪਾਤਸ਼ਾਹ ਦੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣੇ ਪਿੱਛੋਂ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਆਪਸੀ ਇਤਫਾਕ ਪਿਆਰ ਇਹਨਾਂ ਦੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸੁੱਖਾਂ ਦਾ ਪ੍ਰਵੇਸ਼ ਕਰਨਾ ਮਾਲ ਦਿਨ ਫਸਲਵਾੜੀ ਸੁਖ ਵਰਤਾਉਣੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਣਾ। ਸੱਚੇ ਪਾਤਸ਼ਾਹ ਦੀਆਂ ਹਾਜ਼ਰ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਦਿਲ ਫੁੱਲ ਭੇਟਾਵਾਂ ਮਨਜ਼ੂਰ ਕਰਨੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਨਗਰ ਖੇੜੇ ਸੁਖ ਵਰਤਾਉਣੀ। ਸੱਚੇ ਪਾਤਸ਼ਾਹ ਦੀਆਂ ਹਾਜ਼ਰ ਸੰਗਤਾਂ ਨੂੰ ਪਵਿੱਤਰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬੁੱਧੀ ਸਮਰਥਾ ਬਖਸ਼ਾ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੂ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਕੀ ਸੇਵਨਾ ਬਿਰਥੀ ਜਾਸੀ ਆਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਨਾਨਕ ਪ੍ਰਭ ਅਬਿਨਾਸੀ ਤਾਕੀ ਸੇਵਨਾ ਬਿਰਥੀ ਜਾਸੀ ਆਨੰਦ ਕਰੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕਸ਼ਮੀਰ ਸਿੰਘ ਜੀ ਦੇ ਅੰਤਮ ਅਰਦਾਸ ਵਿੱਚ ਇਕੱਤਰ ਹਾਂ। ਮੈਂ ਤਸਵੀਰ ਦੇਖ ਰਿਹਾ ਸੀਗਾ ਬਹੁਤ ਹੰਸਮੁਖ ਬਹੁਤ ਅੱਛੇ ਮਿੱਤਰ ਬਹੁਤ ਇੱਕ ਦਿਲਦਾਰ ਅੱਛੇ ਸੱਜਣ ਕਿਰਤ ਕਮਾਈ ਕਰਨ ਵਾਲੇ ਉਹ ਅੱਜ ਆਪਣੇ ਦਰਮਿਆਨ ਨਹੀਂ ਰਹੇ। ਮੇਰੇ ਨਾਲ ਵਿਸ਼ੇਸ਼ ਤੌਰ ਤੇ ਬਹੁਤ ਸਨੇਹ ਤੇ ਬਹੁਤ ਪਿਆਰ ਕਰਦੇ ਸੀਗੇ। ਇੱਥੋਂ ਜਦੋਂ ਵੀ ਕਿਤੇ ਗੁਜ਼ਰਨਾ ਜਾਂ ਆਮ ਤੌਰ ਤੇ ਇੱਥੇ ਪੈਲੇਸ ਵਿੱਚ ਪ੍ਰੋਗਰਾਮਾਂ ਲਈ ਆਉਣਾ ਤਾਂ ਕਸ਼ਮੀਰ ਜੀ ਨੇ ਹਮੇਸ਼ਾ ਉੱਠ ਕੇ ਮੁਸਕਰਾ ਕੇ ਮੈਨੂੰ ਫਤਿਹ ਬੁਲਾਉਣੀ ਜੱਫੀ ਪਾਉਣੀ ਬਹੁਤ ਪਿਆਰ ਕਰਦੇ ਸੀਗੇ। ਬਹੁਤ ਅੱਛਾ ਪਰਿਵਾਰ ਆ ਸਾਡੇ ਇਲਾਕੇ ਦਾ ਬਹੁਤ ਮਿਲਨਸਾਰ ਨੇ ਵੱਡਾ ਪਰਿਵਾਰ ਆ ਬੱਚੇ ਬੜੇ ਹੋਣਹਾਰ ਨੇ
ਚੰਗੇ ਸੰਸਕਾਰਾਂ ਵਾਲਾ ਸਾਡਾ ਇਹ ਪਰਿਵਾਰ ਹੈ। ਆਪਾਂ ਸਭ ਨੇ ਹੁਣੇ ਸ਼ਬਦ ਕੀਰਤਨ ਕਥਾ ਵਿਚਾਰਾਂ ਸਰਵਣ ਕੀਤੀਆਂ। ਆਪਾਂ ਸਭ ਦੁਨਵਾਈ ਸੱਜਣ ਬੈਠੇ ਆ। ਆਪਾਂ ਨੂੰ ਸਭ ਨੂੰ ਪਤਾ ਕਿ ਇਹ ਆਈ ਚਲਾਈ ਇਹ ਉਸ ਵਾਹਿਗੁਰੂ ਦੀ ਫਸਲ ਹੈ। ਉਹ ਕੱਚੀ ਪੱਕ ਵੱਢ ਲਵੇ, ਪੱਕੀ ਵੱਢ ਲਵੇ, ਇਹ ਉਹਦੀ ਰਜ਼ਾ ਵਾ। ਕਈ ਵਾਰ ਬਹੁਤ ਭਿਆਨਕ ਹਾਦਸਿਆਂ 'ਚ ਬਹੁਤ ਲੋਕ ਮਾਰੇ ਜਾਂਦੇ ਨੇ। ਬਹੁਤ ਵੱਡੇ ਵੱਡੇ ਤਾਕਤਵਰ ਲੋਕ ਜਿਨ੍ਹਾਂ ਕੋਲ ਸਾਰੇ ਸਾਧਨ ਹੁੰਦੇ ਨੇ, ਲੇਕਿਨ ਇਸ ਗੱਲ ਤੋਂ ਕੋਈ ਬਚ ਨਹੀਂ ਸਕਿਆ। 1 ਲੱਖ ਪੂਤ 1.25 ਲੱਖ ਨਾਤੀ ਤੈ ਰਾਵਣ ਕਰ ਦਿਆ ਨਾ ਬਾਤੀ। ਹੁਣੇ ਹੀ ਆਪਾਂ ਦੇਖਿਆ ਕਿ ਕਰੋਨਾ ਦਾ ਮਹਾਮਾਰੀ ਦਾ ਕਿੰਨਾ ਵੱਡਾ ਇੱਕ ਕਹਿਰ ਵਾਪਰਿਆ। ਕੁਦਰਤ ਬਹੁਤ ਭਿਆਨਕ, ਕੁਦਰਤ ਦੀ ਬਹੁਤ ਸ਼ਕਤੀ ਆ। ਆਪਾਂ ਆਮ ਤੌਰ ਤੇ ਕੋਈ ਇੱਕ ਪਿੰਡ ਬੰਦ ਕਰਾ ਸਕਦੇ, ਇੱਕ ਜ਼ਿਲ੍ਹਾ, ਕੋਈ ਸੂਬਾ। ਕੁਦਰਤ ਦੀ ਇਹ ਸ਼ਕਤੀ ਨੇ ਜਦੋਂ ਆਪਣਾ ਰੰਗ ਦਿਖਾਇਆ, ਸਾਰੀ ਦੁਨੀਆ ਬੰਦ ਕਰਾਈ ਉਹਨੇ। ਇਸ ਕਰਕੇ ਇਹ ਉਹਦੀ ਰਜ਼ਾ ਵਿੱਚ ਹੋ ਰਿਹਾ ਸਭ ਕੁਝ। ਆਪਾਂ ਨੂੰ ਉਹਦੇ ਰਜ਼ਾ ਵਿੱਚ ਰਹਿ ਕੇ ਇੱਕ ਚੰਗੇ ਇਨਸਾਨ, ਚੰਗੇ ਕੰਮ ਕਰਨ ਦੀ ਯਤਨ ਕਰਨਾ ਚਾਹੀਦਾ। ਮੈਨੂੰ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਹਮੇਸ਼ਾ ਜਦੋਂ ਵੀ ਦਿਨ 'ਚ ਕੰਮਕਾਰ ਖਤਮ ਕਰਕੇ ਸ਼ਾਮ ਨੂੰ 10-15 ਮਿੰਟ ਆਪਣੇ ਕੋਲ ਬਿਠਾਉਣਾ ਸੌਣ ਤੋਂ ਪਹਿਲਾਂ, ਇਹੀ ਨਸੀਹਤ ਕਰਾ ਕਰਦੇ ਸੀਗੇ ਕਿ ਸੱਚ ਦੇ ਰਾਹ ਤੇ ਚੱਲਣਾ ਵਾ। ਕਿਸੇ ਗਰੀਬ ਮਜ਼ਲੂਮ ਦੇ ਨਾਲ ਕੋਈ ਜ਼ਿਆਦਤੀ ਧੱਕਾ ਨਹੀਂ ਕਰਨਾ। ਤਾਂ ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਸੁਣਦੇ, ਦੇਖਦੇ, ਪੜ੍ਹਦੇ ਆ, ਇਹਦੇ 'ਚ ਅਗਰ ਇੱਕ ਨਿਚੋੜ ਕੱਢਣਾ ਹੋਵੇ ਤਾਂ ਉਹ ਸੱਚ ਤੇ ਘੁੰਮਦਾ ਸਾਰਾ ਕੁਝ। ਇਸ ਲਈ ਸਾਰੇ ਜਦੋਂ ਆਪਾਂ ਚੰਗੀ ਜ਼ਿੰਦਗੀ ਬਸਰ ਕਰਦੇ ਆ ਤੇ ਸੁਭਾਵਕ ਆ ਕਿ ਆਪਾਂ ਨੂੰ ਅੰਤਰਾਤਮਾ ਖੁਸ਼ੀ ਮਿਲਦੀ, ਖੁਸ਼ੀ ਮਿਲਦੀ ਹੈ। ਤੇ ਜੇ ਆਪਾਂ ਛੋਟੇ ਲੈਵਲ ਤੇ ਬੇਈਮਾਨੀਆਂ ਕਰਦੇ, ਠੱਗੀਆਂ ਠੋਰੀਆਂ ਮਾਰਦੇ ਆ, ਉਹਦੇ ਨਾਲ ਤੁਸੀਂ ਚਿਹਰੇ ਤੇ ਤਾਂ ਖੁਸ਼ੀ ਦਿਖਾ ਸਕਦੇ ਹੋ, ਲੇਕਿਨ ਅੰਦਰੋਂ ਨਾ ਖੁਸ਼ ਰਹੋ। ਸੋ ਮੈਂ ਸਮਝਦਾ ਕਸ਼ਮੀਰ ਸਿੰਘ ਦਾ ਪਰਿਵਾਰ ਸਾਡੇ ਇਲਾਕੇ ਦਾ, ਸਾਡੇ ਇਸ ਨਰਾਲੇ ਦਾ ਬਹੁਤ ਚੰਗਾ ਪਰਿਵਾਰ ਹੈ। ਬੱਚੇ ਬਹੁਤ ਹੋਣਹਾਰ ਨੇ, ਆਪਣੀ ਆਪਣੀ ਜਗ੍ਹਾ ਦੇ ਉੱਤੇ ਬਹੁਤ ਜ਼ਿੰਮੇਵਾਰ ਸਥਾਨਾਂ ਦੇ ਉੱਤੇ ਵਿਰਾਜਮਾਨ ਨੇ ਸਾਰੇ। ਮੈਂ ਇਲਾਕੇ 'ਚ ਹੁਣੇ ਦੇਖ ਰਿਹਾ ਸੀਗਾ, ਮੇਰੇ ਪਿਤਾ ਜੀ ਦੇ ਸਾਥੀ ਉਹ ਬੈਠੇ ਨੇ, ਜੱਗਾਂ ਵਾਲੇ ਜਥੇਦਾਰ ਗੁਰਚਰਨ ਸਿੰਘ ਜੀ। ਸੋ ਇਸ ਕਰਕੇ ਇਸ ਪਰਿਵਾਰ ਨੇ ਹਮੇਸ਼ਾ ਇਸ ਇਲਾਕੇ ਦੇ ਵਿੱਚ ਸਾਡੇ ਖੁਸ਼ਬੂ ਫੈਲਾਈ। ਮੈਂ ਭਾਈ ਸਾਹਿਬ ਜਿਹੜੇ ਜੱਥਾ ਆਇਆ ਬਠਿੰਡੇ ਤੋਂ, ਮਾਲਵੇ ਤੋਂ, ਮੈਂ ਉਹਨਾਂ ਤੋਂ ਮਾਫੀ ਮੰਗਦਾ। ਮੈਂ ਉਹਨਾਂ ਵਿਘਨ ਨਹੀਂ ਸੀ ਪਾਉਣਾ ਚਾਹੁੰਦਾ, ਲੇਕਿਨ ਮਜਬੂਰੀ ਆ ਕਿ ਪਟਨੂਰੇ ਕਲਾਂ, ਉਹ ਵੀ ਮੇਰੇ ਪਿਤਾ ਜੀ ਦੇ ਸਾਥੀ ਪਰਿਵਾਰ ਦੇ ਵਿੱਚ ਇੱਕ ਮੌਤ ਹੋਈ। ਮੈਨੂੰ ਉੱਥੇ ਪਹੁੰਚਣਾ ਪੈਣਾ, 25-30 ਮਿੰਟ ਦਾ ਰਾਹ, ਮਾੜੀ ਸੜਕ ਹੁੰਦੀ ਗੇਰੀ ਰਾਹ 'ਚ। ਤਾਂ ਕਰਕੇ ਥੋੜ੍ਹੀ ਜਿਹੀ ਇਹ ਗੁਸਤਾਖੀ ਕੀਤੀ ਆ, ਉਹਦੀ ਮਾਫੀ ਮੰਗਦਾ ਮੈਂ ਜੱਥੇ ਤੇ, ਕਿਉਂਕਿ ਬਾਹਰੋਂ ਆਇਆ। ਇੱਥੋਂ ਦੇ ਹੁੰਦੇ ਤਾਂ ਚਲੋ ਆਪਣੇ ਸਾਥੀ ਨੇ, ਕਿਤੇ ਹੋਰ ਵੀ ਉਹਨਾਂ ਨੂੰ ਮੌਕਾ ਮਿਲ ਜਾਂਦਾ। ਉਹਨਾਂ ਕੋਲੋਂ ਮੈਂ ਮਾਫੀ ਮੰਗਦਾ ਵਾਂ। ਤੇ ਸਾਰੀ ਸੰਗਤ ਦੇ ਅੱਗੇ ਆਪਾਂ ਸਭ ਨੇ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕਿਉਂਕਿ ਜਾਣਾ ਪੈ ਰਿਹਾ ਹੈ ਅਰਜੈਂਟਲੀ। ਨਹੀਂ ਤਾਂ ਮੈਂ ਹੋਰ ਸਮਾਂ, ਮੈਂ ਅਫਸੋਸ ਵੀ ਕਰਨ ਆਇਆ ਸੀ ਜਿੱਦਣ, ਉਦੋਂ ਵੀ ਪਰਿਵਾਰ ਨੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਬਹੁਤ ਚਾਰਾਜੋਈ ਕੀਤੀ, ਬਹੁਤ ਭੱਜ ਦੌੜ ਕੀਤੀ, ਹਰ ਮੁਮਕਿਨ ਕੋਸ਼ਿਸ਼ ਕੀਤੀ, ਲੇਕਿਨ ਕਸ਼ਮੀਰ ਸਿੰਘ ਜੀ ਨੂੰ ਉਹ ਬਚਾ ਨਹੀਂ ਸਕੇ। ਇਸ ਕਰਕੇ ਸਾਡੀਆਂ ਅਰਦਾਸਾਂ ਤੇ ਸ਼ੁਭ ਕਾਮਨਾਵਾਂ ਪਰਿਵਾਰ ਦੇ ਨਾਲ। ਪਿਆਰ ਨਾਲ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਅੱਜ ਇੱਕ ਬੜੀ ਹੀ ਮਨੋਹਰ ਸ਼ਖਸੀਅਤ ਸਰਦਾਰ ਕਸ਼ਮੀਰ ਸਿੰਘ ਜੀ, ਜੋ ਕਿ ਇਸ ਸੰਸਾਰ ਤੋਂ ਮੈਂ ਤੇ ਇਹੀ ਕਹਾਂਗਾ ਕਿ ਅਦਵਾਟਿਓਂ ਸਫ਼ਰ ਛੱਡ ਕੇ ਸਾਡੇ ਤੋਂ ਜੁਦਾ ਹੋ ਗਏ ਨੇ। ਉਹਨਾਂ ਦੀ ਅੰਤਮ ਅਰਦਾਸ ਵਿੱਚ ਅੱਜ ਉਸ ਪਰਮਾਤਮਾ ਅੱਗੇ ਇਹ ਅਰਦਾਸ ਵੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ, ਤੇ ਨਾਲ ਇਹ ਅਰਦਾਸ ਜਿਹੜੀ ਕਿ ਵਾਰ-ਵਾਰ ਅਸੀਂ ਅੱਜ ਦੇ ਸੁੱਖ ਨਾਲ ਜਿਹੜਾ ਚੱਲ ਰਿਹਾ ਮਾਹੌਲ ਉਹਦੇ ਵਿੱਚ ਕਰਨੇ ਆ ਕਿ ਪ੍ਰਮਾਤਮਾ ਤੂੰ ਸਰਬੱਤ ਦਾ ਭਲਾ ਜਿਹੜਾ ਹੈ ਉਸ ਦੀ ਸਾਡੀ ਅਰਦਾਸ ਵੀ ਕਬੂਲ ਕਰ।
ਸਰਦਾਰ ਕਸ਼ਮੀਰ ਸਿੰਘ ਇਹ ਜਿਹੜੀ ਦੁਨੀਆ ਹੈ ਪਰਮਾਤਮਾ ਨੇ ਕਾਹਦੇ ਲਈ ਸਾਜੀ, ਕਿਸ ਤਰ੍ਹਾਂ ਸਾਜੀ ਤੇ ਮਨੁੱਖ ਇੱਥੇ ਕੀ ਲੈਣ ਆਇਆ ਤੇ ਕਿਹੜੀ ਕਿਸਮਤ ਆਪਣੇ ਨਾਲ ਲੈ ਕੇ ਆਇਆ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਦੁਨੀਆ ਦੇ ਸਾਰੇ ਹੀ ਫਲਸਫੇ, ਸਾਰਿਆਂ ਦੀ ਹੀ ਫਲਸਫਿਆਂ ਦੀ ਜੇ ਸਟੱਡੀ ਕਰ ਲਈਏ ਤੇ ਕਿਤੇ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਿ ਕੀ ਉਸ ਪਰਮਾਤਮਾ ਨੂੰ ਭਾਉਂਦਾ ਹੈ। ਮੈਂ ਨੇੜੇ ਹੋ ਕੇ ਦੇਖਿਆ ਕਿ ਇਸ ਸ਼ਖਸ ਨੇ, ਉਸ ਪਰਮਾਤਮਾ ਨੇ ਪਤਾ ਨਹੀਂ ਕੀ ਪਰਬਲ ਚ ਲਿਖ ਦਿੱਤਾ ਸੀ, ਕੀ ਕਿਸਮਤ ਵਿੱਚ ਲਿਖ ਦਿੱਤਾ ਸੀ ਕਿ ਸਾਰੀ ਉਮਰ ਬਹੁਤ ਮਿਹਨਤ ਦੇ ਬਾਵਜੂਦ ਦੁੱਖ ਹੀ ਹੰਢਾਏ, ਪਰ ਰਹੇ ਚੜ੍ਹਦੀ ਕਲਾ ਚ। ਐਕਸੀਡੈਂਟ ਹੋ ਗਿਆ, ਆਪਾਂ ਸਾਰੇ ਜਾਣਦੇ ਆ, ਬੜਾ ਲੰਬਾ ਸਮਾਂ ਡੇਰੇ ਤੋਂ ਬਾਹਰ ਮੰਜੇ ਤੇ ਪਏ ਹੋਣਾ, ਪਰ ਜਦੋਂ ਮਿਲਣਾ ਇੱਕ ਹੀ ਗੱਲ ਕਹਿਣੀ ਕਿ ਸ਼ੁਕਰ ਹੈ ਪ੍ਰਮਾਤਮਾ ਨੇ ਬਚਾ ਲਿਆ। ਹੁਣ ਵੀ ਇੱਕ ਦਿਨ ਜ਼ਿਕਰ ਕਰ ਰਹੇ ਸਨ ਕਿ ਉਸ ਐਕਸੀਡੈਂਟ ਦੀਆਂ ਪੀੜਾਂ ਅੱਜ ਵੀ ਮੇਰੀਆਂ ਜਿਹੜੀਆਂ ਲੱਤਾਂ ਨੇ ਉਹਨਾਂ ਨੂੰ ਬਹੁਤ ਤਰੱਦਦ ਦਿੰਦੀਆਂ, ਬਹੁਤ ਸ਼ਿੱਦਤ ਦਿੰਦੀਆਂ। ਫਿਰ ਪਿੱਛੇ ਜੇ 3-4 ਮਹੀਨੇ ਪਹਿਲਾਂ ਹਸਪੀਟਲ 'ਚ ਰਹੇ ਤੇ ਆ ਜਿਹੜੀ ਇੱਕ ਕੁਲੈਣੀ ਤੇ ਕੁਲੱਛਣੀ ਚੱਲੀ ਹੈ ਬਿਮਾਰੀ, ਇਹ ਰੱਬ ਨਾ ਕਰੇ ਕਿਸੇ ਹੋਰ ਵਜ੍ਹਾ ਕਰਕੇ ਵੀ ਕੋਈ ਬਿਮਾਰ ਹੋ ਜਾਵੇ, ਕਿਉਂਕਿ ਜੋ ਇਸ ਵੇਲੇ ਮਾਹੌਲ ਚੱਲ ਰਿਹਾ, ਜੇ ਤੁਸੀਂ ਕਿਤੇ ਹਸਪੀਟਲ 'ਚ ਕਿਸੇ 'ਚ ਜਾ ਕੇ ਦੇਖੋ ਤੇ ਤੁਹਾਨੂੰ ਭਲੀ ਭਾਂ ਤੇ ਸਮਝ ਲੱਗ ਜੇਗੀ ਕਿ ਕੋਈ ਸਮਝ ਨਹੀਂ ਲੱਗ ਰਹੀ। ਜੇ ਅਸੀਂ ਧਿਆਨ ਦੇ ਨਾਲ ਪਿਛਲੇ 2-3-4 ਮਹੀਨੇ ਦਾ ਮੁਤਾਲਿਆ ਕਰੀਏ, ਵਿਸ਼ਲੇਸ਼ਣ ਕਰੀਏ, ਤੇ ਨਾ ਤੇ ਜਿਹੜੀ ਸਭ ਤੋਂ ਦੁਨੀਆ ਦੀ ਵੱਡੀ ਸੰਸਥਾ WHO, ਵਰਲਡ ਹੈਲਥ ਆਰਗੇਨਾਈਜੇਸ਼ਨਸ, ਉਹਨਾਂ ਨੂੰ ਕੋਈ ਸਮਝ ਲੱਗ ਰਹੀ ਹੈ, ਤੇ ਉਹਨਾਂ ਤੋਂ ਜਿਹੜੀ ਅੱਗੇ ਗੱਲ ਤੁਰਦੀ ਸਾਰੀ ਦੁਨੀਆ ਦੇ ਵਿੱਚ, ਉਹਦੇ ਸੰਬੰਧੀ ਵੀ ਕੁਝ ਨਹੀਂ ਕਿਹਾ ਜਾ ਸਕਦਾ। ਕਦੀ ਕਹਿੰਦੇ ਨੇ ਵੀ ਮਾਸਕ ਤੋਂ ਬਿਨਾਂ, ਤੇ ਅੱਜ ਆਪਾਂ ਸਾਰੇ ਮਾਸਕ ਤੋਂ ਬਿਨਾਂ ਬੈਠੇ ਹਾਂ। ਕਦੀ ਕਹਿੰਦੇ ਨੇ ਸੋਸ਼ਲ ਡਿਸਟੈਂਸਿੰਗ 6 ਫੁੱਟ ਦੀ, ਕਦੀ ਕਹਿਲਾਂ ਵੀ 21 ਦਿਨ ਵਾਸਤੇ ਕੁਆਰੰਟਾਈਨ, 21 ਦਿਨ ਲਈ ਅੰਦਰ ਰਹਿਣਾ, ਕਦੀ 14 ਦਿਨ ਲਈ ਅੰਦਰ ਰਹਿਣਾ, ਕਦੀ 7 ਦਿਨ ਲਈ ਅੰਦਰ ਰਹਿਣਾ, ਕਦੀ 4 ਦਿਨ ਲਈ ਅੰਦਰ ਰਹਿਣਾ। ਅਜੇ ਤੱਕ ਕੱਖ ਸਮਝ ਨਹੀਂ ਲੱਗ ਰਹੀ। ਸੋ ਬੜੇ ਡਰਦੇ ਸਨ ਪਰਿਵਾਰ 'ਚ। ਇਹ ਬਦਕਿਸਮਤੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਮੇਰੇ ਪਿੰਡ ਦੇ ਬਹੁਤ ਹੀ ਪਿਆਰੇ ਆਫੀਸਰ ਸਰਦਾਰ ਗੋਪਾਲ ਸਿੰਘ ਘੁੰਮਣ, ਜਦੋਂ ਉਹਨਾਂ ਨੂੰ ਪਤਾ ਲੱਗਾ ਫਿਰੋਜ਼ਪੁਰ ਗੋਲੀ ਵੱਜ ਗਈ ਤੇ ਮਨ ਬੜਾ ਦੁਖੀ ਹੋਇਆ। ਲੇਕਿਨ ਅਗਲੇ ਦਿਨ ਜਿਸ ਤਰ੍ਹਾਂ ਉਹਨਾਂ ਦਾ ਸੰਸਕਾਰ ਕੀਤਾ ਗਿਆ, ਜਿਹੜੀਆਂ ਰਸਮਾਂ ਤੇ ਰਿਵਾਜ ਜਿਹੜੇ ਨੇ ਨਿਭਾਏ ਗਏ, ਤੇ ਨਾਲ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਜਿਹੜੀ ਸਲਾਮੀ ਦਿੱਤੀ ਗਈ, ਉਸ ਗੱਲ ਨਾਲ ਮਨ ਨੂੰ ਸ਼ਾਂਤੀ ਆ ਗਈ। ਇਹ ਜਿਹੜਾ ਅਖੀਰਲਾ ਸਮਾਂ ਹੈ, ਇਹ ਅਸੀਂ ਐਵੇਂ ਨਹੀਂ ਸੰਸਕਾਰਾਂ ਨਾਲ ਨਿਭਾਉਂਦੇ, ਐਵੇਂ ਨਹੀਂ ਰੀਤੀ ਰਿਵਾਜਾਂ ਨਾਲ ਨਿਭਾਉਂਦੇ, ਐਵੇਂ ਨਹੀਂ ਅਰਦਾਸਾਂ ਨਾਲ ਸੰਸਕਾਰ ਕਰਦੇ, ਤੇ ਜਿਹੜੇ ਸਾਡੇ ਸੰਸਕਾਰ ਨੇ ਉਹਨਾਂ ਨੂੰ ਪੂਰੀਆਂ ਕਰਦੇ। ਧੱਜੀਆਂ ਉਡਾ ਦਈਏ ਸੰਸਕਾਰਾਂ ਦੀਆਂ, ਤੇ ਹਰ ਗੱਲ 'ਚ ਭਾਵੇਂ ਉਡਾ ਦਈਏ। 14 ਦਿਨਾਂ ਬਾਅਦ ਅਸੀਂ ਭੋਗ ਪਾਉਂਦੇ ਹਾਂ, ਕਿਉਂਕਿ ਵੇਦਾਂ ਵਿੱਚ ਲਿਖਿਆ ਕਿ ਜਿਹੜੀ ਮਨੁੱਖ ਦੀ ਰੂਹ ਹੈ, ਉਸ ਨੂੰ ਉਸ ਦਰ ਤੱਕ ਪਹੁੰਚਦਿਆਂ 14 ਦਿਨ ਲੱਗਦੇ ਨੇ। ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਜੋ ਦੁਰਗਤੀ ਹੋਈ ਹੈ ਇਨਸਾਨੀਅਤ ਦੀ, ਤੇ ਜੋ ਰਿਸ਼ਤੇਦਾਰੀਆਂ ਦੀ ਜਿਹੜੀ ਅਹਿਮੀਅਤ ਸੀ ਤੇ ਜਜ਼ਬਾਤੀ ਸਾਂਝ ਸੀ, ਉਸ ਤਰ੍ਹਾਂ ਦਾ ਜਿਵੇਂ ਬੁਰੀ ਤਰ੍ਹਾਂ ਘਾਣ ਹੋਇਆ ਦੁਨੀਆ ਵਿੱਚ ਹੀ। ਇਟਲੀ ਵਾਲੇ ਪਹਿਲਾਂ ਨੇ ਕਿਹਾ 85 ਸਾਲ ਦੀ ਉਮਰ ਤੇ ਕੋਈ ਗੱਲ ਨਹੀਂ, ਮਰਨ ਦਿਓ।
ਕੀ ਗੱਲ 85 ਸਾਲ ਦੇ ਉਸ ਵਿਅਕਤੀ ਨੇ ਸਾਰੀ ਉਮਰ ਉਸ ਪਰਿਵਾਰ ਵਾਸਤੇ ਨਹੀਂ ਲਾਈ? ਕੀ 85 ਸਾਲ ਦੇ ਉਸ ਵਿਅਕਤੀ ਨੇ ਉਸ ਕੌਮ ਨੂੰ ਘੜਨ ਵਿੱਚ, ਉਸ ਕੌਮ ਨੂੰ ਉਸਾਰਨ ਵਿੱਚ, ਉਸ ਦੇਸ਼ ਨੂੰ ਉਸਾਰਨ ਵਿੱਚ ਆਪਣਾ ਯੋਗਦਾਨ ਨਹੀਂ ਪਾਇਆ? ਤੇ ਜੇ ਹੁਣ ਅੱਜ ਯੋਗਦਾਨ ਨਹੀਂ ਪਾਉਂਦਾ ਤੇ ਉਹ ਬੋਝ ਬਣ ਗਿਆ ਤੇ ਉਹਦੇ ਤੇ ਇਲਾਜ ਕਰਨ ਦੀ ਲੋੜ ਨਹੀਂ। 85 ਤੋਂ ਫਿਰ 80 ਤੇ ਗੱਲ ਆਏ, 80 ਤੋਂ ਫਿਰ 75 ਤੇ ਆਏ, 75 ਤੋਂ ਫਿਰ 70 ਤੇ ਈਵਨ 60 ਤੱਕ ਆਏ। ਤੇ ਅੱਜ ਵੀ ਇਹੀ ਸਾਰੇ ਥਾਂ ਤੇ ਜੇ 60 65 ਸਾਲ 70 ਸਾਲ ਦਾ ਹੈ ਤੇ ਫਿਰ ਐਡਾ ਉਹਦੇ ਤੇ ਖਰਚਾ ਕਰਨ ਦੀ ਕੀ ਜ਼ਰੂਰਤ ਹੈ? ਔਰ ਜਿਸ ਤਰ੍ਹਾਂ ਇਹ ਸਾਡੇ ਦੇਸ਼ ਦਾ ਸਿਸਟਮ ਤਹਿਸ ਨਹਿਸ ਹੋਇਆ ਇਹਨਾਂ ਕਰੋਨਾ ਦੇ ਦਿਨਾਂ ਦੇ ਵਿੱਚ, ਔਰ ਜਿਵੇਂ ਕਚੂੰਬਰ ਨਿਕਲਿਆ ਖਾਸ ਤੌਰ ਤੇ ਪੰਜਾਬ ਦੀ ਆਰਥਿਕਤਾ ਦਾ, ਕਿਉਂਕਿ ਸਾਡੇ ਕੋਲ ਕੋਈ ਸਿਸਟਮ ਹੀ ਨਹੀਂ ਸੀ, ਨਾ ਸਾਡੇ ਕੋਲ ਕੋਈ ਮੈਡੀਕਲ ਸਿਸਟਮ ਸੀ, ਨਾ ਸਾਡੇ ਕੋਲ ਕੋਈ ਨਰਸਿੰਗ ਸਿਸਟਮ ਸੀ, ਨਾ ਸਾਡੇ ਕੋਲ ਕੋਈ ਫਸਟ ਏਡ ਸਿਸਟਮ ਸੀ। ਮੈਨੂੰ ਯਾਦ ਆ 5-7 ਸਾਲ ਪਹਿਲਾਂ ਬਜਟ ਦੀ ਮੈਂ ਕਰਾਈ ਸੀ ਡਿਸਕਸ਼ਨ ਆਲ ਇੰਡੀਆ ਰੇਡੀਓ ਤੇ ਮੈਂ ਸਵਾਲ ਪੈਦਾ ਕੀਤਾ ਸੀ ਕਿ ਕਿੰਨੇ ਕੁ ਹਸਪੀਟਲ ਨੇ ਜਲੰਧਰ ਦੇ ਵਿੱਚ? ਸਿਰਫ ਇੱਕੋ ਹੀ, ਬਾਬੂ ਲਾਭ ਸਿੰਘ ਯਾਦਗਾਰੀ ਹਸਪੀਟਲ, ਤੇ ਉਹ ਸਿਰਫ ਉਸ ਜਲੰਧਰ ਦਾ ਹੀ ਨਹੀਂ, ਉਹ ਸਾਰੇ ਜ਼ਿਲ੍ਹੇ ਦਾ ਹਸਪੀਟਲ ਹੈ। ਤੇ ਉਸ ਤੋਂ ਬਾਅਦ ਸਾਰੇ ਜਲੰਧਰ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਹੀ ਹਸਪੀਟਲ ਖੁੱਲ ਗਏ। ਲੇਕਿਨ ਕੀ ਸਰਕਾਰ ਨੂੰ ਇਹ ਕੋਈ ਹੋਸ਼ ਨਹੀਂ ਕਿ ਆਮ ਵਿਅਕਤੀ ਜਿਹੜਾ ਹੈ ਉਹ ਏਡੇ ਮਹਿੰਗੇ ਹਸਪੀਟਲਾਂ ਵਿੱਚ ਕਿੱਦਾਂ ਪ੍ਰਾਪਤ ਕਰੇਗਾ ਇਲਾਜ? ਸੋ ਉਸ ਸਿਸਟਮ ਦੇ ਤਹਿਸ ਨਹਿਸ ਹੋਣ ਦੇ ਅਸੀਂ ਨਤੀਜੇ ਭੁਗਤੇ ਨੇ। ਔਰ ਸਾਨੂੰ ਦੁੱਖ ਹੈ ਇਸ ਗੱਲ ਦਾ ਕਿ ਰਾਤ 11 ਵਜੇ ਜਦੋਂ ਆ ਕੇ ਇਸ ਤਰ੍ਹਾਂ ਸੰਸਕਾਰ ਕਰ ਦਿੱਤਾ ਜਾਂਦਾ ਤੇ ਜਿਨ੍ਹਾਂ ਨੇ ਹੁਮਾ ਕੇ ਖਬਰ ਸੁਣ ਕੇ ਪਹੁੰਚਣਾ ਸੀ, ਫਿਰ ਮੈਂ ਬੇਟੇ ਨੂੰ ਕਿਹਾ, ਮੈਂ ਕਿਹਾ ਬੇਟੇ ਸਵੇਰੇ ਫੁੱਲ ਚੁਗਣੇ ਜਾਣੇ ਨੇ? ਕਹਿੰਦੇ ਨਹੀਂ ਅੰਕਲ ਜੀ, ਕਿਉਂਕਿ ਕਈ ਗੱਲਾਂ ਜਿਹੜੀਆਂ ਨੇ ਫਿਰ ਸਾਡੇ ਵਾਲੀ ਉਮਰ ਵਿੱਚ ਵੀ ਨਹੀਂ ਜੀ ਤੁਹਾਨੂੰ ਤੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ, ਫੁੱਲਾਂ ਦੇ ਉੱਤੇ ਇਸ ਤਰ੍ਹਾਂ ਨਾ ਹੋ ਜਾਏ, ਉਸ ਤਰ੍ਹਾਂ ਨਾ ਹੋ ਜਾਏ। ਸੋ ਮੈਂ ਸਮਝਣਾ ਕਿ ਇਹੋ ਜਿਹੀ ਮਨੋਹਰ ਸ਼ਖਸੀਅਤ, ਇਹੋ ਜਿਹੀ ਪਿਆਰੀ ਸ਼ਖਸੀਅਤ ਸਾਡੇ ਕੋਲੋਂ ਉਸ ਦਾ ਜੁਦਾ ਹੋਣਾ, ਜਿਸ ਨੇ ਅਖੀਰਲੇ ਦਿਨ ਤੱਕ ਮਿਹਨਤ ਕੀਤੀ, ਅਣਥੱਕ ਮਿਹਨਤ ਕੀਤੀ, ਉਸ ਜ਼ਿੰਦਗੀ ਨਾਲ 100 ਗਿਲੇ ਸ਼ਿਕਵੇ ਹੋਣਗੇ, ਹਰ ਵਿਅਕਤੀ ਨੂੰ ਹੀ ਹੁੰਦੇ ਨੇ, ਪਰ ਉਹਨਾਂ ਨੂੰ ਜਦੋਂ ਮਿਲਣਾ ਉਹਨਾਂ ਨੇ ਬੜੇ ਪਿਆਰ ਸਹਿਤ ਮਿਲਣਾ, ਬਹੁਤ ਹੀ ਚੰਗੀਆਂ ਗੱਲਾਂ ਕਰਨੀਆਂ। ਮੈਂ ਉਹਨਾਂ ਦੇ ਕਿਉਂਕਿ ਆ ਗਵਾਂਢ ਮੋਟਰ ਲਵਾ ਬੈਠਾ ਸਾਂ ਤੇ ਕਈ ਵਾਰੀ ਉਹਨਾਂ ਨੂੰ ਫੋਨ ਕਹਿਣਾ, ਉਹਨਾਂ ਨੇ ਕੋਈ ਨਹੀਂ ਮੈਨੂੰ ਚਾਬੀ ਦੇ ਜਾਓ, ਮੈਂ ਆਪੇ ਮੋਟਰ ਚਲਾ ਦਿਆਂਗਾ। ਨਹੀਂ ਬਿਜਲੀ ਆਈ ਕੋਈ ਗੱਲ ਨਹੀਂ, ਅਸੀਂ ਆਪੇ ਜਨਰੇਟਰ ਚਲਾ ਦਿਆਂਗੇ। ਕਦੀ ਉਹਨਾਂ ਨੇ ਮਨ ਤੇ ਤਿਉੜੀ ਨਹੀਂ ਸੀ, ਉਹਨਾਂ ਦੇ ਚਿਹਰੇ ਤੇ ਨਹੀਂ ਸੀ ਆਈ, ਉਹਨਾਂ ਦੇ ਮਨ ਦੇ ਵਿੱਚ ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਆਈ। ਸੋ ਨਿੱਜੀ ਤੌਰ ਤੇ ਕੀ ਜਿਹੜਾ ਵੀ ਸ਼ਖਸ ਉਹਨਾਂ ਨੂੰ ਜਾਣਦਾ ਸੀ ਉਹ ਮਹਿਸੂਸ ਕਰਦਾ ਹੈ ਕਿ ਇਹੋ ਜਿਹੇ ਵਿਅਕਤੀ ਦਾ ਇਸ ਤਰ੍ਹਾਂ ਚਲੇ ਜਾਣਾ ਸਾਨੂੰ ਸਮਝ ਨਹੀਂ ਲੱਗਦੀ ਕਿ ਇਹ ਪ੍ਰਮਾਤਮਾ ਦਾ ਜਿਹੜਾ ਭਾਣਾ ਹੈ ਕਿ ਜਾਂ ਇਹ ਜਿਹੜੀ ਕਰੋਨਾ ਬਿਮਾਰੀ ਹੈ ਇਹ ਕਿਸ ਦੀ ਸ਼ਰਾਰਤ ਹੈ, ਮਨੁੱਖ ਦੀ ਸ਼ਰਾਰਤ ਹੈ ਜਾਂ ਮਨੁੱਖ ਦੀ ਕੁਦਰਤ ਨਾਲ ਕੀਤੀ ਹੋਈ ਜਿਹੜੀ ਛੇੜਛਾੜ ਹੈ ਤੇ ਵਿਗਾੜ ਹੈ। ਇਹ ਸਾਰਾ ਉਸ ਦਾ ਅਸੀਂ ਸ਼ਾਇਦ ਕਿਤੇ ਨਾ ਕਿਤੇ ਫਲ ਭੁਗਤ ਰਹੇ ਹਾਂ। ਪਰ ਕਿਉਂਕਿ ਉਸ ਪਰਮਾਤਮਾ ਦੇ ਸਾਰੇ ਤੌਰ ਤਰੀਕੇ ਦੀ ਇਸ ਨਾਚੀਜ਼ ਦਿਮਾਗ ਨੂੰ ਸਮਝ ਨਹੀਂ ਲੱਗਦੀ, ਮਨੁੱਖ ਦੇ ਦਿਮਾਗ ਨੂੰ ਸਮਝ ਨਹੀਂ ਲੱਗਦੀ ਕਿ ਉਸ ਪਰਮਾਤਮਾ ਦਾ ਕੀ ਭਾਣਾ ਹੈ, ਉਸ ਦੀ ਕੀ ਵਿਉਂਤਕਾਰੀ ਹੈ, ਉਸ ਦਾ ਇਹ ਸਾਰਾ ਕੀ ਸਿਰਜਣਹਾਰ ਦਾ ਜਿਹੜਾ ਉਦੇਸ਼ ਕੀ ਹੈ, ਮੰਤਵ ਕੀ ਹੈ, ਉਹ ਕਿਹੜੇ ਤਰੀਕੇ ਨਾਲ ਸਾਨੂੰ ਸਜ਼ਾਵਾਂ ਦੇ ਰਿਹਾ। ਇਸ ਕਰਕੇ ਫਿਰ ਸਾਨੂੰ ਇਹੀ ਕਹਿਣਾ ਪੈਂਦਾ ਕਿ ਠੀਕ ਹੈ, ਪਰਮਾਤਮਾ ਦੇ ਭਾਣੇ ਵਿੱਚ ਸਾਰਾ ਕੁਝ ਹੋ ਰਿਹਾ ਤੇ ਜਿਸ ਸਾਹਿਬ ਸੇ ਨਾ ਹੀ ਚਾਰਾ ਉਸ ਨੂੰ ਕੀਜੇ ਸਦ ਨਮਸਕਾਰਾ। ਇਹਨਾਂ ਹੀ ਲਫ਼ਜ਼ਾਂ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬਹੁਤ ਸੰਜੀਦਗੀ ਦੇ ਨਾਲ ਸਾਡੇ ਬਹੁਤ ਉੱਘੇ ਵਿਦਿਆ ਸ਼ਾਸਤਰੀ ਸਰਦਾਰ ਆਸਾ ਸਿੰਘ ਘੁੰਮਣ ਹੋਰਾਂ ਨੇ, ਸਾਡੇ ਬਹੁਤ ਸਤਿਕਾਰਯੋਗ ਬਾਬਾ ਕਸ਼ਮੀਰਾ ਸਿੰਘ ਜੋ ਪਿਛਲੇ ਦਿਨੀ ਸਾਡੇ ਵਿੱਚੋਂ ਸਰੀਰਕ ਰੂਪ ਦੇ ਉੱਤੇ ਵਿਛੋੜਾ ਪਾ ਗਏ, ਅੱਜ ਉਹਨਾਂ ਦੀ ਅੰਤਮ ਅਰਦਾਸ 'ਚ ਆਪਾਂ ਸਾਰੇ ਇਕੱਤਰ ਹੋਏ। ਉਹਨਾਂ ਦੇ ਜੀਵਨ ਦੇ ਉੱਤੇ ਬਹੁਤ ਅੱਛੀ ਇੱਕ ਝਾਤ ਜਿਹੜੀ ਮੈਂ ਸਮਝਦਾ ਉਹ ਪਾਈ।
ਜਿੱਥੇ ਜ਼ਿੰਦਗੀ ਤੇ ਮੌਤ ਦੇ ਫਲਸਫੇ ਦੀ ਗੱਲ ਕਰੀਏ, ਆਪਾਂ ਸਾਰੀ ਦੁਨੀਆ ਜਿਸ ਵੀ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਈ ਹੈ ਉਹਨੇ ਜਾਣਾ ਹੈ, ਆਪਾਂ ਸਾਰੇ ਜਾਣਦੇ ਹਾਂ। ਲੇਕਿਨ ਅਣਆਈ ਮੌਤ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਸਮੇਂ ਤੋਂ ਪਹਿਲਾਂ ਚਲੇ ਜਾਣਾ, ਉਹ ਇੱਕ ਬਹੁਤ ਦੁਖਦਾਈ ਮਾਹੌਲ ਹੁੰਦਾ ਹੈ ਘਰ ਦੇ ਵਿੱਚ, ਸਮਾਜ ਦੇ ਵਿੱਚ, ਔਰ ਉਹਨਾਂ ਲੋਕਾਂ ਦੇ ਵਿੱਚ ਜਿੱਥੇ ਉਹ ਸ਼ਖਸੀਅਤ ਨੇ ਆਪਣਾ ਮੇਲ ਮਿਲਾਪ ਰੱਖਿਆ ਹੁੰਦਾ ਹੈ ਔਰ ਜਿੱਥੇ ਉਹ ਵਿਚਰੀ ਹੁੰਦੀ ਹੈ। ਔਰ ਬਾਬਾ ਜੀ ਦੀ ਮੈਂ ਗੱਲ ਕਰਾਂ, ਮੈਂ ਵੀ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੇ ਨਾਲ ਵਾਹ ਦੇ ਵਿੱਚ ਸੀਗਾ, ਰਾਫਤੇ ਦੇ ਵਿੱਚ ਸੀਗਾ। ਬਹੁਤ ਅੱਛੇ ਸੁਭਾਅ ਦੇ ਮਾਲਕ ਸਨ। ਮਿਲਣਾ ਵਰਤਣਾ ਔਰ ਸੱਜਣਾ ਦੇ ਨਾਲ ਬੈਠਣਾ ਖਲੋਣਾ, ਖੇਡਣਾ ਮੱਲਣਾ ਔਰ ਮਿਹਨਤ ਕਰਨਾ ਇਹਨਾਂ ਦਾ ਪ੍ਰੋਫੈਸ਼ਨ ਸੀ। ਔਰ ਬਹੁਤੇ ਸਿਆਸੀ ਜਿਵੇਂ ਅੱਜ ਦੇ ਲੋਕ ਬਹੁਤ ਵੱਡੀ ਦੌੜ ਦੇ ਵਿੱਚ ਸ਼ਾਮਲ, ਆਪਾਂ ਸਾਰੇ, ਕਿਸੇ ਨੂੰ ਪੈਸੇ ਦੀ ਦੌੜ, ਕਿਸੇ ਨੂੰ ਸ਼ੋਹਰਤ ਦੀ ਦੌੜ, ਕੋਈ ਕਿਸੇ ਪਾਸੇ ਭੱਜਾ ਫਿਰਦਾ, ਕਿਸੇ ਕੋਲ ਸਮਾਂ ਨਹੀਂ, ਲੇਕਿਨ ਬੜੇ ਸਥਿਰ ਜੇ ਇਨਸਾਨ ਸੀਗੇ ਔਰ ਲੋਕਾਂ ਦੇ ਨਾਲ ਅੱਛੇ ਰਾਬਤੇ ਕਾਇਮ ਕਰਕੇ ਔਰ ਆਪਣੀ ਅੱਜ ਜਾਣ ਤੋਂ ਬਾਅਦ ਵੀ ਆਪਾਂ ਉਹਨਾਂ ਦੀ ਸਿਫਤ ਕਰਦੇ ਪਏ ਹਾਂ। ਇੱਥੇ ਇਹਨਾਂ ਮਾਈਕਾਂ ਦੇ ਉੱਤੇ ਜਾਂ ਇਹਨਾਂ ਸਪੀਕਰਾਂ ਦੇ ਉੱਤੇ ਨਹੀਂ ਕਰਦੇ ਪਏ, ਉਵੇਂ ਵੀ ਜਿਹਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਯਾਰ ਬਹੁਤ ਸ਼ਾਨਦਾਰ ਬੰਦਾ ਸੀ, ਠੰਡਾ ਬੰਦਾ ਸੀ, ਬਹੁਤ ਸਮੇਂ ਤੋਂ ਪਹਿਲਾਂ ਚਲਾ ਗਿਆ। ਦੂਸਰੇ ਪਾਸੇ ਗੱਲ ਕੀਤੀ ਗਈ ਹੈ ਕੋਵਿਡ-19 ਦੀ। ਇਹ ਸੰਸਾਰ ਦੇ ਵਿੱਚ ਬਹੁਤ ਵੱਡੀ ਇੱਕ ਸੰਜੀਦਗੀ ਦੇ ਨਾਲ ਸਮਝਣ ਵਾਲੀ ਗੱਲ ਹੈ। ਸਮੇਂ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਮੈਂ ਕਹਿ ਲਵਾਂ ਜਾਂ ਪੂਰੇ ਹਿੰਦੁਸਤਾਨ ਦੀ ਜੇ ਤੁਸੀਂ ਜਾਣਕਾਰੀ ਰੱਖਦੇ ਹੋ ਤੇ ਬੜੀਆਂ ਭਿਅੰਕਰ ਬਿਮਾਰੀਆਂ ਨੇ ਸਮੇਂ ਤੇ ਆਪਣਾ ਕਹਿਰ ਜਿਹੜਾ ਇਸ ਧਰਤੀ ਦੇ ਉੱਤੇ ਗੁਜ਼ਾਰਿਆ। ਚਾਹੇ ਉਹ 15ਵੀਂ 16ਵੀਂ ਸਦੀ ਦੇ ਵਿੱਚ ਚੇਚਕ ਵਰਗੀ ਬਿਮਾਰੀ ਹੋਵੇ, ਪਲੇਗ ਨੇ ਦੁਨੀਆ ਖਾ ਲਈ ਬਹੁਤ ਲੰਮਾ ਸਮਾਂ ਆਪਾਂ ਸਾਰਿਆਂ ਨੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਲਾਜ ਬਹੁਤ ਘੱਟ ਹੁੰਦੇ ਸੀ। ਫਿਰ ਸਵਾਈਨ ਫਲੂ ਆ ਗਿਆ, ਅੱਜ ਕੋਵਿਡ ਆ ਗਿਆ। ਔਰ ਮੈਂ ਸਮਝਦਾ ਏਡੀ ਵੱਡੀ ਤਰਾਸਦੀ, ਤੁਸੀਂ ਸੋਚੋ ਦੁਨੀਆ ਔਰ ਸਾਡੇ ਵਰਲਡ ਦੇ ਟੌਪੈਸਟ ਸਾਇੰਟਿਸਟ ਜਿਹੜੇ ਅੱਜ ਦੁਨੀਆ ਦੇ ਉੱਤੇ, ਮੈਂ ਕੋਈ ਜਗ੍ਹਾ ਉਹਨਾਂ ਨੇ ਛੱਡੀ ਨਹੀਂ ਜਿੱਥੇ ਪਹੁੰਚ ਨਾ ਗਏ ਹੋਣ। ਔਰ ਮੰਗਲ ਗ੍ਰਹਿ ਵਰਗੇ ਔਰ ਚੰਦਰਮਾ ਵਰਗੇ ਸਥਾਨਾਂ ਦੇ ਉੱਤੇ ਲੋਕਾਂ ਨੇ, ਤੁਹਾਡੇ ਵਰਗੇ ਲੋਕਾਂ ਨੇ ਜ਼ਮੀਨਾਂ ਵੀ ਖਰੀਦ ਲਈਆਂ। ਔਰ ਏਡੀਆਂ ਵੱਡੀਆਂ ਮਿਜ਼ਾਈਲਾਂ, ਜੇ ਆਪਾਂ ਜੰਗ ਦੀ ਲੜਾਈ ਦੀ ਗੱਲ ਕਰੀਏ, ਆਪਣੀ ਸੁਰੱਖਿਆ ਵਾਸਤੇ ਕਾਇਮ ਕਰ ਲਈਆਂ, ਉੱਥੇ ਅੱਜ ਆਪਾਂ ਸਾਰੇ ਹੀ ਹਾਰ ਕੇ ਬੈਠ ਗਏ। ਅੱਜ ਕੋਵਿਡ ਦੇ ਅੱਗੇ ਸਾਰਾ ਸੰਸਾਰ, ਅਸੀਂ ਹਿੰਦੁਸਤਾਨ ਨੂੰ ਛੱਡ ਕੇ ਵਿਕਸਿਤ ਮੁਲਕਾਂ ਦੀ ਗੱਲ ਕਰ ਲਈਏ, ਇਟਲੀ ਦੀ ਗੱਲ ਹੋਈ, ਅਮਰੀਕਾ ਦੀ ਗੱਲ ਹੋਈ, ਇੰਗਲੈਂਡ ਦੀ ਗੱਲ ਹੋਈ, ਪਤਾ ਨਹੀਂ ਕਿੱਥੇ ਚਲੇ ਗਏ ਇਲਾਜ, ਕੋਈ ਇਹਦੀ ਵੈਕਸੀਨੇਸ਼ਨ ਹੀ ਨਹੀਂ ਲੱਭ ਪਾਇਆ। ਔਰ ਇੱਥੇ ਸਪੈਸ਼ਲੀ ਹਿੰਦੁਸਤਾਨ 'ਚ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਮੁਲਕ ਦੇ ਵਿੱਚ ਸਾਡੀ ਗਵਰਨਮੈਂਟ ਦੀ ਬਹੁਤ ਵੱਡੀ ਨਲਾਇਕੀ ਅੱਜ ਦੀ ਨਹੀਂ ਸ਼ੁਰੂ ਤੋਂ ਹੀ ਰਹੀ ਹੈ। ਕਿਤੇ ਨਾ ਕਿਤੇ ਇਹਨੂੰ ਆਪਾਂ ਕੋਵਿਡ ਨੂੰ ਅੱਜ ਸਵਾਲਾਂ ਦੇ ਘੇਰੇ ਦੇ ਵਿੱਚ ਧਿਆਨ ਲਾ ਕੇ ਖੜਾ ਕਰ ਦਿੱਤਾ, ਜਿੱਥੇ ਸਰਦਾਰ ਕਸ਼ਮੀਰਾ ਹੋਰਾਂ ਵਰਗੇ ਬੰਦੇ ਔਰ ਨਾ ਜਾਣੇ ਕਿੰਨੀਆਂ ਹੋਰ ਇੰਨੀਆਂ ਅੱਛੀਆਂ ਦੇਹਾਂ ਲੈ ਕੇ ਹਸਪਤਾਲਾਂ 'ਚ ਇਲਾਜ ਕਰਨ ਗਏ ਲੋਕ, ਲੇਕਿਨ ਲਾਸ਼ਾਂ ਦੇ ਰੂਪ ਵਿੱਚ ਪਰਤੇ ਲੋਕ, ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾਂ ਉਹਨਾਂ ਦਾ ਜਦੋਂ ਆਪਾਂ ਜੀਵਨ ਦੀ ਮੌਤ ਦਾ ਜਿਹੜਾ ਸਿਸਟਮ ਦੇਖਦੇ ਹਾਂ ਤੇ ਫਿਰ ਆਪਾਂ ਸਾਰੇ ਹੀ ਸ਼ੱਕੀ ਹੋ ਜਾਂਦੇ ਹਾਂ, ਯਾਰ ਕੀ ਕਿੱਥੇ ਹੈ ਕੋਵਿਡ। ਅੱਜ ਧਰਨੇ ਲੱਗਦੇ ਪਏ ਨੇ, ਆਪਾਂ ਸਾਰਾ ਪੰਜਾਬ, ਸਾਰਾ ਹਰਿਆਣਾ ਔਰ ਹਿੰਦੁਸਤਾਨ ਤਰਾਸ ਕਰਦਾ ਪਿਆ। ਡਿਸਟੈਂਸਿੰਗ ਦੀ ਗੱਲ ਹੋਈ, ਲੇਕਿਨ ਪਤਾ ਨਹੀਂ ਜਾਂ ਅਸੀਂ ਲੋਕ ਇਹਨਾਂ ਦੇ ਪਿੱਛੇ ਲੱਗ ਕੇ ਸ਼ਦਾਈ ਬਣਦੇ, ਜਾਂ ਵਾਕਈ ਇੱਕ ਇਹੋ ਜਿਹੀ ਤਾਕਤ ਆ ਜਿਹੜੀ ਸਾਨੂੰ ਮੂਰਖ ਬਣਾ ਜਾਂਦੀ ਆ, ਜਾਂ ਵਾਕਈ ਇੱਕ ਬਹੁਤ ਖਤਰਨਾਕ ਬਿਮਾਰੀ ਸੀ ਜਿਹਨੇ ਬਹੁਤ ਲੋਕਾਂ ਨੂੰ ਖਾ ਲਿਆ। ਲੇਕਿਨ ਤੁਸੀਂ, ਮੈਂ ਸਮਝਦਾ ਫਿਰ ਵੀ ਬਹੁਤ ਜ਼ਿਆਦਾ ਸਿਆਣੇ ਵੀ ਉਹ ਲੋਕ ਔਰ ਮਾਲਕ ਦੀ ਕਿਰਪਾ ਵੀ ਹੈ ਸੱਚੇ ਪਾਤਸ਼ਾਹ ਦੀ, ਜਿੱਥੇ ਬਾਣੀ ਦਾ ਬਹੁਤ ਸੰਚਾਰ ਆ। ਆਪਾਂ ਸਾਰੇ ਲੋਕ ਬਹੁਤ ਸਾਰੀ ਤਾਦਾਦ ਦੇ ਵਿੱਚ ਇਸ ਚੀਜ਼ ਤੋਂ ਬਚੇ ਵੀ ਰਹੇ ਆ, ਬਚ ਕੇ ਰਹਿਣਾ ਵੀ ਚਾਹੀਦਾ। ਆਪਣੇ ਬੱਚਿਆਂ ਨੂੰ ਜਾਂ ਆਪਣੇ ਪਰਿਵਾਰ ਨੂੰ ਇਸ ਤੋਂ ਪਿੱਛੇ ਵੀ ਰੱਖਣਾ ਚਾਹੀਦਾ, ਜਿੰਨਾ ਹੋ ਸਕਦਾ ਉਹਦੀ ਆਪਣੀ ਕਵਰਿੰਗ ਵੀ ਕਰਨੀ ਚਾਹੀਦੀ, ਕਿਉਂਕਿ ਕਿਸੇ ਨਾਰਮਲ ਡਿਜ਼ੀਜ਼ ਦੇ ਵਿੱਚ ਵੀ ਗਿਆ ਬੰਦਾ ਵਾਪਸ ਨਹੀਂ ਮੁੜ ਰਿਹਾ ਹਸਪਤਾਲਾਂ 'ਚੋਂ। ਅੱਜ ਕੱਲ੍ਹ ਦੀ ਐਵਰੇਜ ਆ ਰਹੀ ਆ। ਮੈਂ ਬਹੁਤਾ ਨਾ ਬੋਲਦਾ ਹੋਇਆ ਇਸ ਪਰਿਵਾਰ ਦੇ ਬਾਰੇ ਝਾਕ ਸਾਰਿਆਂ ਨੇ ਪਾ ਦਿੱਤੀ ਹੈ। ਮੈਂ ਇੱਕ ਵਾਰੀ ਫੇਰ ਆਪਦੇ ਵੱਲੋਂ, ਕਾਂਗਰਸ ਪਾਰਟੀ ਵੱਲੋਂ, ਸਰਦਾਰ ਕਸ਼ਮੀਰਾ ਸੋਹਣੀ ਜੋ ਸਾਡੇ ਬਹੁਤ ਅਜ਼ੀਜ਼ ਸੀ, ਔਰ ਇਹ ਪਰਿਵਾਰ ਬਹੁਤ ਅੱਛਾ ਹੈ। ਇਹਨਾਂ ਦਾ ਭਤੀਜਾ ਜਸਪ੍ਰੀਤ ਗੁਰਾਇਆ ਬਹੁਤ ਸਪੋਰਟਸ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾਂ ਮਾਰ ਚੁੱਕਿਆ ਔਰ ਅੱਛਾ ਨਾਮ ਹੈ। ਮੈਂ ਤਾਂ ਅਰਦਾਸ ਬੇਨਤੀ ਕਰਦਾ ਮਾਲਕ ਦੇ ਚਰਨਾਂ ਦੇ ਵਿੱਚ ਇਸ ਪਰਿਵਾਰ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੋ। ਪਿੱਛੋਂ ਇਹਨਾਂ ਦਾ ਸਪੁੱਤਰ ਹੈ ਔਰ ਸਾਰਾ ਪਰਿਵਾਰ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ, ਕਿਉਂਕਿ ਇੱਕੋ ਹੀ ਇੱਕ ਤਾਕਤ ਹੈ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਨੇ ਇਸ ਪਰਿਵਾਰ ਨੂੰ ਔਰ ਉਹਦੇ ਸਾਕ ਸੰਬੰਧੀਆਂ ਨੂੰ ਇਹ ਹੌਸਲਾ ਧਰਵਾਸ ਦੇਣ ਦੇ ਵਿੱਚ ਆਪਦਾ ਯੋਗਦਾਨ ਪਾਉਣਾ ਹੈ। ਬਾਕੀ ਸਾਰਾ ਸਿਸਟਮ ਜਿਹੜਾ ਵਾ ਉਹ ਦੁਨਿਆਵੀ ਹੈ ਔਰ ਉਹ ਚੱਲੀ ਜਾਣਾ, ਚੱਲਦਾ ਰਹਿਣਾ ਹੈ। ਇਹੋ ਜਿਹੀਆਂ ਮੌਤਾਂ ਨੂੰ ਜਦੋਂ ਆਪਾਂ ਕੰਪੈਰੀਜ਼ਨ, ਮੈਂ ਛੋਟੀ ਜੀ ਗੱਲ ਕਰ ਲਵਾਂ, ਬਿਮਾਰੀ ਦੇ ਨਾਲ ਮੌਤਾਂ ਹੋਈਆਂ ਨੇ, ਅੱਜ ਆਪਾਂ ਬਿਮਾਰੀ ਦੀ ਗੱਲ ਕਰਦੇ ਪਏ। ਐਕਸੀਡੈਂਟਾਂ ਦੇ ਵਿੱਚ ਤਕਰੀਬਨ 11-12 ਲੱਖ ਬੰਦਾ ਇੱਕ ਸਾਲ ਦੇ ਵਿੱਚ ਹਿੰਦੁਸਤਾਨ 'ਚ ਐਕਸੀਡੈਂਟ 'ਚ ਮਰ ਜਾਂਦਾ ਹੈ। ਔਰ ਇੱਕ ਹੋਰ ਬੜੀ ਜਿਹੜੀ 400-500 ਕਿਸਾਨ ਇਸ ਵਾਰ ਔਰ 400-500 ਕਿਸਾਨ ਪਿਛਲੀ ਵਾਰੀ ਸੁਸਾਈਡ ਕਰਕੇ ਮਰ ਗਿਆ। ਔਰ ਹਾਲ ਹੀ ਦੇ ਵਿੱਚ ਬਠਿੰਡੇ ਦੇ ਵਿੱਚ ਇੱਕ ਚੰਗੇ ਭਲੇ ਇਨਸਾਨ ਨੇ ਆਪਦੇ 3 ਬੱਚਿਆਂ ਨੂੰ ਫਾਹਾ ਲੈ ਕੇ ਇਸ ਜਿਹੜੀ ਖੂਬਸੂਰਤ ਜ਼ਿੰਦਗੀ ਹੈ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ, ਜਿਹੜੀ 84 ਲੱਖ ਜੂਨਾਂ ਤੋਂ ਬਾਅਦ ਆਪਾਂ ਨੂੰ ਮਿਲੀ ਹੈ, ਉਹਦੀ ਲੀਲਾ ਸਮਾਪਤ ਕਰ ਦਿੱਤੀ।
ਔਰ ਇਹ ਵੀ ਵਾਕਈ ਬਹੁਤ ਵੱਡਾ ਜੰਜਾਲ ਹੈ। ਇਹਨੂੰ ਸਮਝਣ ਵਾਸਤੇ ਇਹ ਕੋਈ 10 ਮਿੰਟ 15 ਮਿੰਟ ਅੱਧਾ ਘੰਟਾ ਨਹੀਂ, ਸਾਰੀਆਂ ਜ਼ਿੰਦਗੀਆਂ ਲੱਗ ਜਾਂਦੀਆਂ ਨੇ। ਲੇਕਿਨ ਬੜੇ ਪਹੁੰਚੀਆਂ ਮਹਾਨ ਸ਼ਖਸੀਅਤਾਂ ਵੀ ਨੇ ਜਿਹੜੀਆਂ ਇਸ ਚੀਜ਼ ਨੂੰ ਸਮਝ ਚੁੱਕੀਆਂ ਨੇ ਔਰ ਆਪਣੇ ਜੀਵਨ ਦਾ ਅਸਲੀ ਮੰਤਵ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਰੂਪੀ ਕਮਾਈ ਕਰਕੇ ਆਪਣੀ ਰੂਹ ਨੂੰ ਉਸ ਪਰਮਾਤਮਾ ਦੇ ਨਾਲ ਜੋੜਨਾ ਉਹਨੂੰ ਸਮਝ ਚੁੱਕੇ ਨੇ। ਔਰ ਉਹ ਆਪਾਂ ਨੂੰ ਵੀ ਉੱਥੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਸਾਰੇ ਇਕੱਤਰ ਹੋ ਕੇ ਇਹੋ ਜਿਹੇ ਕੰਮ ਕਰਕੇ ਜਾਈਏ ਜਿੱਥੇ ਸਾਨੂੰ ਕਿਸੇ ਚੰਗੀਆਂ ਚੀਜ਼ਾਂ ਦੇ ਨਾਲ ਯਾਦ ਕੀਤਾ ਜਾਵੇ। ਅੰਤ ਦੇ ਵਿੱਚ ਆਪਦੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਰਦਾਰ ਕਸ਼ਮੀਰਾ ਸਿੰਘ ਹੋਣਾ ਨੂੰ ਔਰ ਉਹਨਾਂ ਦੇ ਪਰਿਵਾਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ ਔਰ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਰਦਾਰ ਕਸ਼ਮੀਰਾ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਇਕੱਤਰ ਹੋਏ ਆ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਕਸ਼ਮੀਰਾ ਸਿੰਘ ਜੀ ਦੇ ਜੀਵਨ ਬਾਰੇ, ਸੰਘਰਸ਼ ਬਾਰੇ, ਉਹਨਾਂ ਦੇ ਸੁਭਾਅ ਬਾਰੇ ਚਰਚਾ ਕੀਤੀ। ਮਿਹਨਤ ਕਰ ਇਨਸਾਨ ਸਨ, ਮਿੱਠ ਬੋਲੜੇ ਸਨ। ਐਸੇ ਇਨਸਾਨਾਂ ਦਾ ਦੁਨੀਆ ਤੋਂ ਚਲੇ ਜਾਣਾ ਅੱਧ ਵਾਟੇ, ਜਿੱਥੇ ਪਰਿਵਾਰ ਦੇ ਲਈ, ਰਿਸ਼ਤੇਦਾਰਾਂ ਲਈ, ਆਂਢ ਗੁਆਂਢ ਲਈ, ਸਾਰਿਆਂ ਲਈ ਬੜਾ ਦੁਖਦਾਇਕ ਆ। ਕੋਵਿਡ ਦਾ ਚਰਚਾ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਕੀਤਾ ਕਿ ਇਨਸਾਨੀਅਤ ਸ਼ਰਮਸ਼ਾਰ ਹੋਈ, ਰਿਸ਼ਤੇ ਦੀ ਬੁਨਿਆਦ ਜੋ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਕਿ ਜਿਹੜੇ ਇਨਸਾਨ ਕੋਵਿਡ ਤੋਂ ਪੀੜਤ ਹੋਏ ਜਾਂ ਦੁਨੀਆ ਤੋਂ ਚਲੇ ਗਏ। ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਦੀ ਗੱਲ ਕਰੀਏ, ਬੜਾ ਡਰ ਵਾਲਾ ਮਾਹੌਲ ਸੀ ਕਿਉਂਕਿ ਇਲਾਜ ਕੋਈ ਨਹੀਂ। ਦੁਨੀਆ ਦੇ ਉੱਤੇ ਸਾਰੇ ਮੁਲਕ ਸਾਡੇ ਜਿਹੜੇ ਹੈਗੇ ਆ ਉਹ ਲੱਗੇ ਹੋਏ ਉਹਦੇ ਇਲਾਜ ਲਈ, ਪਰ ਪਤਾ ਨਹੀਂ ਚੱਲ ਰਿਹਾ ਕਿ ਇਹ ਕੀ ਚੀਜ਼ ਆ ਤੇ ਇਹਦੇ ਨਾਲ ਅਸੀਂ ਲੜਨਾ ਕਿੱਦਾਂ। ਜੋ ਵੀ ਸਾਨੂੰ ਸਾਡੀਆਂ ਸਰਕਾਰਾਂ ਜਾਂ ਡਾਕਟਰ ਗਾਈਡ ਕਰ ਰਹੇ ਆ ਕਿ ਮਾਸਕ ਪਹਿਨ ਕੇ ਰੱਖੋ, ਸੋਸ਼ਲ, ਇਹ ਵੀ ਇੱਕ ਕੀ ਪਤਾ ਇਹਦੇ ਵਿੱਚ ਵੀ ਕਿੰਨਾ ਕੁ ਬਚਾਅ ਆ ਜਾਂ ਕਿੰਨਾ ਕੁ ਨਹੀਂ। ਪਰ ਇੱਕ ਗੱਲ ਸੱਚ ਜ਼ਰੂਰ ਆ ਕਿ ਕੋਵਿਡ ਹੈ, ਕਿਉਂਕਿ ਜਿਨ੍ਹਾਂ ਦੇ ਨਾਲ ਇਹ ਸਮਾਂ ਬੀਤਿਆ ਜਾਂ ਜਿਨ੍ਹਾਂ ਦੇ ਜੀ ਚਲੇ ਗਏ ਆ, ਇਹ ਉਹਨਾਂ ਨੂੰ ਪੁੱਛ ਕੇ ਦੇਖੋ। ਪਰ ਸਾਡੇ ਸਮਾਜ ਦੀ ਇੱਕ ਕਹਾਣੀ ਇਦਾਂ ਦੀ ਬਣ ਗਈ ਆ ਕਿ ਅਸੀਂ ਇਸ ਗੱਲ ਨੂੰ ਸਿਰਫ ਸੋਚਦੇ ਹਾਂ ਕਿ ਇਹ ਦੂਸਰੇ ਲਈ ਆ। ਕੋਵਿਡ ਮੈਨੂੰ ਨਹੀਂ ਹੋ ਸਕਦਾ, ਇਹ ਦੂਸਰੇ ਨੂੰ ਹੋ ਸਕਦਾ। ਉਹਦਾ ਜੇ ਆਪਾਂ ਪਰਹੇਜ਼ ਦੀ ਗੱਲ ਕਰੀਏ, ਜਿਸ ਦਿਨ ਕੋਵਿਡ-19 ਦੀ ਸ਼ੁਰੂਆਤ ਹੋਈ ਸੀ, ਜਦੋਂ ਲੋਕਡਾਊਨ ਕੀਤਾ ਗਿਆ ਸੀ, ਤੇ ਅਸੀਂ ਆਪਣੇ ਘਰਾਂ ਦੇ ਕੁੰਡਿਆਂ ਨੂੰ ਬਾਰ-ਬਾਰ ਸਾਫ਼ ਕਰੀ ਜਾਂਦੇ ਸੀ। ਬਾਰ-ਬਾਰ ਹੀ ਸਾਡੇ ਅੰਦਰ ਵਹਿਮ ਪੈ ਗਿਆ ਸੀਗਾ ਕਿ ਇਹ ਚੀਜ਼ ਜਿਹੜੀ ਹੈਗੀ ਆ। ਉਸ ਤੋਂ ਬਾਅਦ ਜਿੱਦਾਂ ਸਰਕਾਰਾਂ ਨੇ ਢਿੱਲ ਦਿੱਤੀ ਤੇ ਅਸੀਂ ਵੀ ਆਮ ਜ਼ਿੰਦਗੀ ਵਾਂਗੂ ਉਹਦੇ ਨਾਲ ਵਿਚਰਦੇ ਜਿਹੜੇ ਹੈਗੇ। ਅਤੇ ਅੱਜ ਅਸੀਂ, ਮੈਨੂੰ ਨਹੀਂ ਲੱਗਦਾ ਕਿ ਆਪਾਂ ਜਿੱਦਾਂ ਪਹਿਲਾਂ ਨਾਰਮਲ ਜ਼ਿੰਦਗੀ ਜੀਂਦੇ ਸੀ ਜਾਂ ਜਿਹੜੇ ਵੀ ਪਰਹੇਜ਼ ਕਰਦੇ ਉੱਦਾਂ ਹੀ ਕਰਦੇ। ਪਰ ਕੋਸ਼ਿਸ਼ ਕਰਨੀ ਚਾਹੀਦੀ ਆ ਇਨਸਾਨ ਨੂੰ ਕਿ ਫਤਿਹ ਦਾ ਜਵਾਬ ਫਤਿਹ ਨਾਲ ਹੀ ਇੱਕ ਦੂਸਰੇ ਤੋਂ, ਕਿਉਂਕਿ ਜ਼ਰੂਰੀ ਨਹੀਂ ਕਿ ਮੈਨੂੰ ਕਿਸੇ ਤੋਂ ਹੋ ਸਕਦਾ, ਮੇਰੇ ਤੋਂ ਕਿਸੇ ਨੂੰ ਹੋ ਸਕਦਾ। ਇਹ ਵਿਚਾਰਧਾਰਾ ਰੱਖਣੀ ਪਊਗੀ ਸਾਨੂੰ। ਕਿਉਂਕਿ ਅਸੀਂ ਇੰਨੇ ਬੰਦਿਆਂ ਦੇ ਵਿੱਚ ਵਿਚਰਦੇ ਹਾਂ। ਕਈ ਵਾਰੀ ਕੋਈ ਵੀ ਗੁੱਸਾ ਕਰ ਲੈਂਦਾ, ਮੈਨੂੰ ਹੱਥ ਨਹੀਂ ਮਿਲਾਇਆ, ਪਰ ਇਹ ਸਾਡੀ ਸਾਰਿਆਂ ਦੀ ਜਿਹੜੀ ਬਾਡੀ ਆ, ਉਹ ਕਈਆਂ ਦੇ ਵਿੱਚੋਂ ਦੀ ਤੇ ਹੋ ਕੇ ਲੰਘ ਵੀ ਗਿਆ ਹੋਊਗਾ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਹੋਊਗਾ। ਤੇ ਜਿਹੜੇ ਵੀਰ ਕੋਈ ਸਾਡੇ ਬਜ਼ੁਰਗ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਨੇ ਜਾਂ ਕੋਈ ਮੈਡੀਸਨ ਲੈਂਦੇ ਨੇ ਤੇ ਉਹਨੂੰ ਅਟੈਕ ਕਰਦਾ ਆ। ਘਰ ਦੇ ਵਿੱਚ ਜਿਹੜਾ ਮੇਨ ਮੈਂਬਰ ਹੁੰਦਾ, ਕਿਉਂਕਿ ਜਿਹੜੇ ਬਾਹਰ ਵਿਚਰਨਾ ਆ, ਲੋਕਾਂ 'ਚ ਜਾਣਾ, ਰੋਜ਼ ਦੀਆਂ ਜ਼ਰੂਰਤਾਂ ਲਈ ਸਮਾਨ ਲੈਣ ਜਾਣਾ, ਉਹਦੇ ਥਰੂ ਇਹ ਪ੍ਰਵੇਸ਼ ਘਰ ਦੇ ਅੰਦਰ ਕਰ ਜਾਂਦਾ। ਫਿਰ ਘਰ ਦੇ ਵਿੱਚ ਜਿਹੜਾ ਸੀਨੀਅਰ ਸਿਟੀਜ਼ਨ ਆ, ਉਹ ਸਭ ਤੋਂ ਜ਼ਿਆਦਾ ਉਹਦੇ ਤੇ ਇਹਦਾ ਅਟੈਕ ਹੁੰਦਾ ਆ। ਬੱਚਿਆਂ ਨੂੰ ਵੀ ਧਿਆਨ ਨਾਲ ਰੱਖਣਾ ਪੈਂਦਾ। ਚਲੋ ਸੋਗ ਸਮਾਗਮ ਆ, ਪਰ ਕੋਵਿਡ ਦੇ ਉੱਤੇ ਚੱਟਾ ਚੱਲ ਪਿਆ। ਜ਼ਰੂਰ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕੀਤੇ ਆ। ਜਿਸ ਦਿਨ ਅਸੀਂ ਪਰਿਵਾਰ ਨਾਲ ਅਫਸੋਸ ਕਰਨ ਆਏ ਸੀਗੇ ਤੇ ਅਵਤਾਰ ਸਿੰਘ ਜੀ ਵਾਲੀਆ ਜੀ ਨੇ ਜ਼ਿਕਰ ਕੀਤਾ ਕਿ ਦਿਲਦਾਰ ਬੰਦੇ ਸੀ ਕਸ਼ਮੀਰ ਸਿੰਘ ਹੋਣ। ਬਹੁਤ
ਚੰਗਾ ਸੁਭਾਅ ਸੀ, ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ। ਉੱਥੇ ਜਿੱਥੇ ਅੱਜ ਪਰਿਵਾਰ ਨੂੰ, ਉਹਨਾਂ ਦੇ ਬੱਚਿਆਂ ਨੂੰ ਘਾਟਾ ਪਿਆ, ਉੱਥੇ ਇਲਾਕੇ ਨੂੰ ਪਿਆ। ਮੈਂ ਆਪਣੇ ਵੱਲੋਂ, ਕਾਂਗਰਸ ਪਾਰਟੀ ਵੱਲੋਂ ਸਰਦਾਰ ਕਸ਼ਮੀਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਿਓ, ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖਿਓ। ਜੋ ਵੀ ਇਹਨਾਂ ਦੇ ਬੱਚਿਆਂ ਦੇ ਸੁਪਨੇ ਆ, ਉਹ ਵਾਹਿਗੁਰੂ ਜਾਂ ਸਰਦਾਰ ਕਸ਼ਮੀਰ ਸਿੰਘ ਉਹਨਾਂ ਨੇ ਜਿਹੜੇ ਸੁਪਨੇ ਆਪਣੇ ਬੱਚਿਆਂ ਲਈ ਦੇਖੇ ਸੀਗੇ, ਉਹ ਪੂਰੇ ਕਰਿਓ ਤੇ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।